तू ही 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 तू ही। टीवी दी स्टूडियो विच जो क्लास है ਉਹਦੇ ਵਿੱਚ ਅੱਜ ਸਿੰਘ ਸਭਾ ਸਪੋਰਟਸ ਕਲੱਬ ਦੇ ਜੋ ਕੁਛ ਨੁਮਾਇੰਦੇ ਕੁਛ ਖਿਡਾਰੀ ਜੋ ਕਬੱਡੀ ਸਾਡੀ ਜਿਹੜੀ ਖੇਡ ਆ ਪੰਜਾਬ ਦੀ ਪ੍ਰਮੁੱਖ ਖੇਡ ਉਹਦੇ ਨੌਜਵਾਨ ਸਾਡੇ ਕੋਲ ਇੱਥੇ ਆਏ ਹਨ ਔਰ ਇਹਨਾਂ ਨੌਜਵਾਨਾਂ ਨੂੰ ਅਸੀਂ ਸੰਗਤ ਟੀਵੀ ਦੇ ਰੂਬਰੂ ਕਰਾਂਗੇ ਔਰ ਇਹਨਾਂ ਕੋਲੋਂ ਅਸੀਂ ਸਾਰਿਆਂ ਵੀਰਾਂ ਕੋਲੋਂ ਥੋੜ੍ਹਾ ਥੋੜ੍ਹਾ ਜਾਣਨਾ ਚਾਹਾਂਗੇ ਕਿ ਕਬੱਡੀ ਦੀ ਖੇਡ ਬਾਰੇ ਇਹ ਕੀ ਕਹਿਣਾ ਚਾਹੁੰਦੇ ਹਨ ਅਤੇ ਇਹ ਪੰਜਾਬ ਤੋਂ ਇੱਥੇ ਪੈਰਿਸ ਦੀ ਧਰਤੀ ਫਰਾਂਸ ਵਿੱਚ ਆ ਕੇ ਇਹ ਕੀ ਮਹਿਸੂਸ ਕਰਦੇ ਹਨ ਅਤੇ ਅੱਜ ਇਹ ਜੇ ਸਿੰਘ ਸਭਾ ਸਪੋਰਟਸ ਕਲੱਬ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਇਹ ਖੇਡ ਨੂੰ ਕਿਹੜੇ ਤਰੀਕੇ ਨਾਲ ਖੇਡਣਗੇ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀਆਂ ਲੋੜਾਂ ਹਨ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਇਹ ਮਹਿਸੂਸ ਕਰਦੇ ਹਨ ਉਹਦੇ ਵਿੱਚ ਜਿਹੜੀਆਂ ਕਮੀਆਂ ਇਹਨਾਂ ਮਹਿਸੂਸ ਕੀਤੀਆਂ ਹਨ ਜੋ ਪਿਛਲੇ ਸਮੇਂ ਦੇ ਵਿੱਚ ਉਹ ਵੀ ਇਹ ਦੱਸਣਗੇ ਵੀ ਸਾਨੂੰ ਆਹ ਕਮੀਆਂ ਲੱਗਦੀਆਂ ਹਨ ਅਤੇ ਜਿਹੜੇ ਜਿਹੜੇ ਤਰੀਕੇ ਨਾਲ ਉਹਦੇ ਵਿੱਚ ਸੁਧਾਰ ਹੋ ਸਕਦੇ ਹਨ ਉਹ ਵੀ ਇਹ ਦੱਸਣਗੇ ਵੀ ਉਹਦੇ ਵਿੱਚ ਕਿਹੜੇ ਕਿਹੜੇ ਤਰੀਕੇ ਨਾਲ ਸੁਧਾਰ ਹੋ ਸਕਦੇ ਹਨ ਤਾਂ ਕਿ ਇਹਨਾਂ ਦੀ ਆਵਾਜ਼ ਜਿਹੜੀ ਹੈ ਸਾਰੇ ਯੂਰਪ ਦੇ ਵਿੱਚ ਬਾਕੀ ਇਹ ਕਲੱਬਾਂ ਤੱਕ ਵੀ ਪਹੁੰਚਾਈ ਜਾ ਸਕੇ ਬਾਕੀ ਖਿਡਾਰੀਆਂ ਤੱਕ ਵੀ ਪਹੁੰਚਾਈ ਜਾ ਸਕੇ ਕਿਉਂਕਿ ਇਹ ਬੱਚੇ ਜਿਹੜੇ ਹਨ ਸਾਡੀ ਕੌਮ ਦਾ ਸਰਮਾਇਆ ਹਨ ਔਰ ਇਹਨਾਂ ਨੇ ਹੀ ਗਾਂਹ ਜਾ ਕੇ ਕੌਮ ਨੂੰ ਸਿਰਜਣਾ ਹੈ ਜਾਂ ਕੌਮ ਦੀ ਬਾਗਡੋਰ ਸੰਭਾਲੀ ਹੈ। ਆਓ ਆਪਾਂ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਇਸ ਸਮੇਂ ਦੇ ਮੁਖੀ ਵੀਰ ਹਨ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਪੰਜਾਬ ਦੀ ਜਿਹੜੀ ਇਹ ਖੇਡ ਕਬੱਡੀ ਹੈ ਇਹਦੇ ਬਾਰੇ ਇਹ ਕੀ ਕਹਿਣਾ ਚਾਹੁੰਦੇ। ਹਾਂਜੀ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੀ ਆਪਾਂ ਕਬੱਡੀ ਬਾਰੇ ਗੱਲ ਕਰ ਰਹੇ ਹਾਂ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਸਾਡੇ ਵਿਰਸੇ 'ਚ ਮਿਲੀ ਹੋਈ ਖੇਡ ਆ ਜਿਹਨੂੰ ਆਪਾਂ ਸਾਰੇ ਮਿਲ ਕੇ ਪ੍ਰਮੋਟ ਕਰ ਰਹੇ ਹਾਂ। ਬਾਕੀ ਜਿਹੜੀ ਖੇਡਣ ਵਾਲੀ ਗੱਲ ਹੈ ਹਾਂ ਖੇਡ ਬਹੁਤ ਵਧੀਆ ਖੇਡ ਹੈ। ਇਹਨੂੰ ਜਿੰਨੇ ਵੀ ਉਤਸ਼ਾਹ ਨਾਲ ਆਪਾਂ ਖੇਡਦੇ ਹਾਂ ਉਨੇ ਹੀ ਉਤਸ਼ਾਹ ਨਾਲ ਜ਼ੋਰ ਲਾਉਣਾ ਚਾਹੀਦਾ ਹੈ ਕਿ ਪਲੇਅਰਾਂ ਨੂੰ ਆਪਾਂ ਅੱਗੇ ਲਿਆਈਏ। ਹਾਂ ਸਾਡੇ ਪਲੇਅਰ ਵਧੀਆ ਖੇਡਣ। ਬਾਕੀ ਜਿਹੜਾ ਇੱਕ ਰੋਗ ਚੱਲਿਆ ਹੈ ਕਿ ਡਰੱਗ ਵਾਲਾ ਜਾਂ ਕਹਿੰਦੇ ਹਾਂ ਪਹਿਲਾਂ ਆਪਾਂ ਲੈਂਦੇ ਸੀਗੇ ਜਾਂ ਜਿੱਦਾਂ ਵੀ ਆ ਆਪਾਂ ਕਰਦੇ ਸੀਗੇ ਉਦੋਂ ਸਾਨੂੰ ਨਹੀਂ ਸੀਗਾ ਪਤਾ ਜੋ ਵੀ ਹੈ ਜਿਹੜੀ ਗੱਲਬਾਤ ਹੈ ਉਹਦੇ ਬਾਰੇ ਕਿ ਜੇ ਇਹ ਮਾੜੀ ਚੀਜ਼ ਆ ਜਾਂ ਆਪਾਂ ਜ਼ੋਰ ਦੇ ਵਾਸਤੇ ਲਾ ਲਓ ਜਾਂ ਆਪਾਂ ਸਮਝਦੇ ਸੀ ਕਿ ਵਧੀਆ ਚੀਜ਼ ਆ ਆਪਾਂ ਉਹਨੂੰ ਲੈਂਦੇ ਸੀਗੇ। ਪਰ ਜਦੋਂ ਹਾਂ ਉਹਦਾ ਹੌਲੀ ਹੌਲੀ ਸਾਨੂੰ ਰਿਜ਼ਲਟ ਪਤਾ ਲੱਗਣ ਲੱਗਾ ਕਿ ਜਦੋਂ ਸਾਡੇ ਸੱਟਾਂ ਲੱਗੀਆਂ ਜਾਂ ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗਣ ਲੱਗਾ ਕਿ ਹਾਂ ਇਹ ਚੀਜ਼ ਮਾੜੀ ਹੈ। ਜਿਹੜੀਆਂ ਸੱਟਾਂ ਲੱਗਣ ਦਾ ਕਾਰਨ ਆ ਉਹ ਵੀ ਚਲੋ ਡਾਕਟਰ ਦੀ ਵੀ ਇੱਕ ਦੋ ਦੀ ਸਲਾਹ ਲਈ ਆਪਾਂ ਪਤਾ ਲੱਗਾ ਕਿ ਹਾਂ ਇਹ ਚੀਜ਼ ਇਸ ਦੇ ਕਰਕੇ ਹੀ ਇਹ ਜਿਹੜੀ ਹੌਲੀ ਹੌਲੀ ਸਰੀਰ ਨੂੰ ਅੰਦਰੋਂ ਖੋਖਲਾ ਕਰਦੀ ਹੈ ਅਤੇ ਖ਼ਤਮ ਕਰਨ ਦਾ ਜਿਸ ਤਰ੍ਹਾਂ ਲਾ ਲਈਏ ਵੀ ਆਪਾਂ ਖ਼ਤਮ ਕਰਦੀ ਹੈ ਇਹ ਚੀਜ਼। ਜਿਹੜੀ ਆਪਣੀ ਨੈਚੁਰਲੀ ਪਾਵਰ ਆ ਉਹ ਆਪਣੇ ਲੰਬੇ ਟਾਈਮ ਤੱਕ ਲੌਂਗ ਟਾਈਮ ਤੱਕ ਆਪਾਂ ਜਿਸ ਤਰ੍ਹਾਂ ਕਬੱਡੀ ਖੇਡਦੇ ਹਾਂ ਸੱਟਾਂ ਤੋਂ ਵੀ ਬਚਦੇ ਹਾਂ ਹੋਰ ਵੀ ਵਧੀਆ ਤਰੀਕੇ ਨਾਲ ਜਿਸ ਤਰ੍ਹਾਂ ਆਪਾਂ ਖੇਡਦੇ ਹਾਂ। ਜਿਹੜਾ ਹੁਣ ਇਹ ਡਰੱਗ ਵਾਲਾ ਗੱਲ ਆ ਜਿਹੜੀ ਆਪਣੀ ਕਲੱਬ ਭਾਜੀ ਹੁਣਾਂ ਨੇ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਵਧੀਆ ਗੱਲ ਹੈ। ਇਹਨਾਂ ਨੇ ਅਰਕੀ ਸਾਨੂੰ ਦੱਸਿਆ ਸੀਗਾ ਕਿ ਆਪਾਂ ਇਸ ਤਰੀਕੇ ਨਾਲ ਡਰੱਗ ਤੋਂ ਰਹਿਤ ਖਿਡਾਰੀ ਖਿਡਾਉਣੇ ਨੇ ਅਤੇ ਜੋ ਕਿ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ। ਮੈਂ ਕਹਿੰਦਾ ਕਿ ਇਸ ਤਰ੍ਹਾਂ ਸਾਰੇ ਹੀ ਯੂਰਪ ਦੀਆਂ ਫੈਡਰੇਸ਼ਨਾਂ ਜਾਂ ਕਲੱਬਾਂ ਜਿਹੜੀਆਂ ਨੇ ਸਾਰਿਆਂ ਨੂੰ ਬੈਠ ਕੇ ਇਹਦੇ ਬਾਰੇ ਸਲਾਹ ਕਰਕੇ ਅੱਗੇ ਆਉਣਾ ਚਾਹੀਦਾ ਵਾ ਸਾਥ ਦੇਣਾ ਚਾਹੀਦਾ ਵਾ। ਬਹੁਤ ਵਧੀਆ ਗੱਲ ਆ ਬਚਾਉਣਾ ਚਾਹੀਦਾ ਵਾ ਗਾਂਹ ਜੇ ਕੋਈ ਬਚ ਸਕਦਾ ਵਾ। ਹਾਂ ਠੀਕ ਹੈ ਜਦੋਂ ਅਸੀਂ ਪਹਿਲਾਂ ਕੀਤੀ ਸੀ ਉਦੋਂ ਨਹੀਂ ਸੀ ਸਾਨੂੰ ਜ਼ਿਆਦਾ ਇਸ ਬਾਰੇ ਪਤਾ ਹੁਣ ਨੌਲੇਜ ਆ ਠੀਕ ਹੈ ਬਹੁਤ ਮਾੜੀ ਚੀਜ਼ ਆ। ਬਾਕੀ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਬਹੁਤਾ ਜ਼ਿਆਦਾ ਤਾਂ ਮੈਨੂੰ ਵੀ ਇਹਨਾਂ ਬਾਰੇ ਪਤਾ ਨਹੀਂ ਆ। ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਿੰਘ ਸਭਾ ਸਪੋਰਟਸ ਕਲੱਬ ਦੇ ਨੌਜਵਾਨ ਵੀਰਾਂ ਵੱਲੋਂ ਕਬੱਡੀ ਦੇ ਬਾਰੇ ਵਿਚਾਰ ਹੋਏ ਹਨ ਅਤੇ ਭਾਈ ਸਾਹਿਬ ਨੇ ਜੋ ਵਿਚਾਰ ਦਿੱਤੇ ਹਨ ਇਹਨਾਂ ਨੇ ਕਾਫੀ ਗੱਲਬਾਤ ਕੀਤੀ ਹੈ ਡਰੱਗਸ ਦੇ ਬਾਰੇ ਨਸ਼ਿਆਂ ਦੇ ਬਾਰੇ। ਆਪਾਂ ਇਸ ਵਿਸ਼ੇ 'ਤੇ ਦੁਬਾਰਾ ਫਿਰ ਆਵਾਂਗੇ ਅਤੇ ਹੁਣ ਮੈਂ ਭਾਈ ਸਾਹਿਬ ਤੋਂ ਪੁੱਛਣਾ ਚਾਹਾਂਗਾ ਤੁਸੀਂ ਇਹ ਜਿਹੜੀ ਕਬੱਡੀ ਆ ਕਾਫੀ ਲੰਮਾ ਸਮਾਂ ਆਪ ਜੀ ਨੇ ਦੱਸਿਆ ਸੀ ਉਦੋਂ ਖੇਡੀ ਆ ਅਤੇ ਬਹੁਤ ਸਾਰੇ ਉਤਰਾਅ ਚੜ੍ਹਾਅ ਦੇ ਵਿੱਚੋਂ ਤੁਸੀਂ ਲੰਘ ਕੇ ਇੱਥੇ ਤੱਕ ਪਹੁੰਚੇ ਹੋ। ਆਪਣੇ ਐਕਸਪੀਰੀਅੰਸ ਦੇ ਥਰੂ ਤੁਸੀਂ ਕਬੱਡੀ ਗੇਮ ਬਾਰੇ ਕੀ ਕਹਿਣਾ ਚਾਹੁੰਦੇ ਆ ਅਤੇ ਇਹਦੇ ਚੰਗੇ ਮਾੜੇ ਐਕਸਪੀਰੀਅੰਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਇੱਥੇ ਨਾ ਭਾਜੀ ਹੁਣਾਂ ਨੇ ਉਪਰਾਲਾ ਕੀਤਾ
ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਚਲੋ ਵਧੀਆ ਇਹ ਸ਼ਲਾਘਾਯੋਗ ਕਦਮ ਇਹਨਾਂ ਨੇ ਕੀਤਾ। ਤੇ ਜਿਹੜਾ ਇੱਕ ਤੇ ਇਹਨਾਂ ਦੀ ਜਿਹੜੀ ਬਹੁਤ ਵੱਡੀ ਜਿਹੜੀ ਗੱਲ ਇਹ ਆ ਕਿ ਇਹਨਾਂ ਨੇ ਲੋਕਲ ਪਲੇਅਰਾਂ ਨੂੰ ਇੱਥੇ ਮੌਕਾ ਦਿੱਤਾ ਖੇਡਣ ਦਾ। ਤੇ ਇੱਕ ਉਹ ਤੋਂ ਵੀ ਵੱਡੀ ਗੱਲ ਆ ਜਿਹੜਾ ਇਹਨਾਂ ਨੇ ਡਰੱਗ ਰਹਿਤ ਕਬੱਡੀ ਕਰਾਉਣ ਦਾ ਜਿਹੜਾ ਫੈਸਲਾ ਲਿਆ, ਇਹਦੇ ਵਾਸਤੇ ਅਸੀਂ ਇਹਨਾਂ ਦਾ ਸਦਾ ਰਿਣੀ ਰਵਾਂਗੇ, ਕਿਉਂਕਿ ਸਹੀ ਉਪਰਾਲਾ ਹੈ। ਇੱਕ ਜਿਹਨੂੰ ਅਸੀਂ ਆਪਣੀ ਹਰਮਨ ਪਿਆਰੀ ਖੇਡ ਕਹਿੰਦੇ ਆ, ਉਹਨੂੰ ਪ੍ਰਫੁੱਲਿਤ ਕਰਨ ਲਈ ਸਹੀ ਇਹ ਅੱਜ ਤੋਂ ਚੰਗੇ ਰਾਹ 'ਤੇ ਤੁਰ ਰਹੇ ਨੇ। ਅਤੇ ਬਾਕੀ ਮੈਂ ਤਾਂ ਜੀ ਜਦੋਂ ਸ਼ੁਰੂ ਤੋਂ ਕੀਤੀ ਸੀ 33 ਕਿਲੋ ਤੋਂ ਮੈਂ ਸ਼ੁਰੂ ਕੀਤੀ ਸੀ ਕਬੱਡੀ ਖੇਡਦੀ, ਹੌਲੀ ਹੌਲੀ ਉੱਪਰ ਆਇਆ। ਅਤੇ ਅੱਜ ਕੱਲ੍ਹ ਦਾ ਤਾਂ ਤੁਹਾਨੂੰ ਜੇ ਤਾਂ ਪਤਾ ਹੀ ਆ ਵੀ ਕਿੰਨੇ ਸਾਲ ਹੋ ਗਏ ਵੈਸੇ? ਮੈਨੂੰ ਤਕਰੀਬਨ ਮੈਂ 96 ਤੋਂ ਸ਼ੁਰੂ ਕੀਤੀ ਸੀ। ਅੱਛਾ, ਹਾਂਜੀ, ਕਾਫੀ ਲੰਬਾ ਸਮਾਂ। ਹਾਂਜੀ, ਅਤੇ 2005 ਤੱਕ ਮੈਂ ਰੈਗੂਲਰ ਰਿਹਾ। ਉਦੋਂ ਬਾਅਦ ਫਿਰ ਮੇਰੇ ਕਾਫੀ ਮੇਜਰ ਸੱਟ ਲੱਗ ਗਈ, ਉਹਦਾ ਕਰਕੇ ਫਿਰ ਮੈਨੂੰ ਥੋੜ੍ਹਾ ਅਲੱਗ ਰਹਿਣਾ ਪਿਆ। ਤਾਂ ਇੰਨੇ ਸਮੇਂ ਦੇ ਵਿੱਚ ਜਿਹੜੇ ਚੰਗੇ ਐਕਸਪੀਰੀਅੰਸ ਆ ਉਹ ਕਿਹੜੇ ਤੁਹਾਡੇ? ਚੰਗੇ ਐਕਸਪੀਰੀਅੰਸ ਇਹੀ ਹੈ ਜੀ, ਜਦੋਂ ਅਸੀਂ ਸ਼ੁਰੂ ਕੀਤੀ ਸੀ ਉਦੋਂ ਤਾਂ ਵਧੀਆ, ਨਾਲੇ ਇੱਕ ਸਾਡੇ ਨੈਚੁਰਲ ਖੁਰਾਕ ਨਾਲ ਸ਼ੁਰੂ ਕੀਤੀ। ਸਾਡੇ ਜਿਹੜੇ ਉਸਤਾਦ ਸਾਹਿਬ ਸੀ ਸਰਦਾਰ ਮਾਸਟਰ ਕੁੰਨਰ ਸਿੰਘ, ਸਾਡੀ ਰੈਗੂਲਰ ਪ੍ਰੈਕਟਿਸ ਕਰਾਉਂਦੇ ਸੀਗੇ ਸਵੇਰ ਸ਼ਾਮ। ਅਤੇ ਨਾਲੇ ਉਹਨਾਂ ਨੇ ਹਰ ਟਾਈਮ ਸਾਨੂੰ ਇਹ ਹਦਾਇਤ ਸੀ ਵੀ ਚੰਗੇ ਪਾਸੇ ਲੱਗਣਾ, ਨਸ਼ਿਆਂ ਤੋਂ ਬਚ ਕੇ ਰਹਿਣਾ। ਉਹਨਾਂ ਚਿਰ ਤੱਕ ਅਸੀਂ ਸਹੀ ਸਾਰਾ ਕੰਮ ਰਹੇ। ਉਦੋਂ ਬਾਅਦ 'ਚ ਥੋੜ੍ਹਾ ਜਿਹਾ ਸਾਨੂੰ ਜਦੋਂ ਮੇਰੇ ਖਿਆਲ 2001 ਦੇ ਲਾਗੇ ਜਾਂ 2 ਦੇ ਲਾਗੇ ਥੋੜ੍ਹਾ ਜਿਹਾ ਸਾਡੇ 'ਚ ਵੀ ਇਹ ਭੈੜੀ ਆਦਤ ਆਈ ਸਾਨੂੰ। ਪਰ ਉਦੋਂ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਇੰਨੀ ਮਾੜੀ ਆ ਜਾਂ ਇਹ ਕਾਹਦੇ ਵਾਸਤੇ ਆ। ਅਸੀਂ ਸਿਰਫ ਇੱਕ ਵਿਟਾਮਿਨ ਸਮਝ ਕੇ ਲੈਂਦੇ ਰਹੇ। ਉਹਦਾ ਰਿਜ਼ਲਟ ਬਾਅਦ 'ਚ ਮੈਨੂੰ ਪਤਾ ਲੱਗਾ ਜਦੋਂ ਮੇਰੇ ਸੱਟ ਲੱਗੀ ਆ, ਮੇਰੇ ਲੱਤ ਦੇ 5-6 ਪ੍ਰਸ਼ਨ ਹੋਏ, ਫਿਰ ਮੈਂ ਤੁਰਨ ਜੋਗਾ ਹੋਇਆ। ਇਸ ਕਰਕੇ ਮੈਂ ਗਾਂਹ ਵੀ ਆਪਣੇ ਜਿਹੜੇ ਆਉਣ ਵਾਲੇ ਦੂਜੇ ਨਵੇਂ ਮੁੰਡੇ ਸਾਰਿਆਂ ਦੇ ਗਾੜੀ ਇਹੀ ਰਿਕੁਐਸਟ ਕਰਾਂਗਾ ਵੀ ਇਹ ਤੋਂ ਬਚਾ ਕੇ ਨੈਚੁਰਲ ਗੇਮ ਜਿਹੜੀ ਆ ਉਹ ਅਸੀਂ ਲੰਮਾ ਚਿਰ ਤੱਕ ਖੇਡ ਸਕਦੇ ਹਾਂ। ਇਹ ਸਿਰਫ ਸਾਡੀ 2-4 ਸਾਲ ਤੱਕ ਹੀ ਆ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਉਹ ਜਿਹੜੇ ਤੁਸੀਂ ਕਹਿੰਦੇ ਆ ਵੀ ਤੁਹਾਨੂੰ ਗੋਲੀ ਖਾਣ ਦੀ ਜਾਂ ਕੋਈ ਟੀਕਾ ਲਾਉਣ ਦੀ ਆਦਤ ਪੈ ਗਈ ਜਾਂ ਕਿਸੇ ਤਰ੍ਹਾਂ ਪਾਈ, ਉਹ ਕਿਹੜੇ ਮਤਲਬ ਤੁਸੀਂ ਤਾਂ ਉਸ ਸਮੇਂ ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਹਰ ਨੌਜਵਾਨ ਚਾਹੁੰਦਾ ਮੈਂ ਚਪੇੜ ਮਾਰ ਕੇ ਹੰਦਾ ਲੈ ਕੇ ਆਵਾਂ, ਹਰ ਬੰਦੇ ਖਾਸ਼ ਹੁੰਦੀ ਆ। ਪਰ ਉਹਨੂੰ ਫਿਰ ਜਿਹੜੇ ਸਾਡੇ ਵਰਗੇ ਆਪਣੇ ਆਪ ਨੂੰ ਸੇਵਾਦਾਰ ਸਮਝਦੇ ਆ, ਉਹ ਪ੍ਰਮੋਟਰ ਕਹਿੰਦੇ ਵੀ ਚੱਲ ਤੂੰ ਟੀਕਾ ਲਾ ਲਾ ਜਾਂ ਗੋਲੀ ਲੈ ਲਾ। ਉਹਦੇ ਵਿੱਚ ਜਾਂ ਤੁਸੀਂ ਆਪ ਮੰਗਦੇ ਸੀ ਵੀ ਸਾਨੂੰ ਦਿਓ? ਨਹੀਂ, ਉਹਦੇ ਵਿੱਚ ਮੰਗਣ ਦੀ ਗੱਲ ਨਹੀਂ ਜੀ। ਹੁਣ ਤਾਂ ਉੱਥੇ ਪੰਜਾਬ ਦੇ ਵਿੱਚ ਹਰ ਦੁਕਾਨ ਤੋਂ ਤੁਹਾਨੂੰ ਮਿਲ ਜੂਗਾ। ਹਾਂ, ਇੱਦਾਂ ਦੇ ਹੁਣ ਉੱਥੇ ਆ ਕਿ ਉਹ ਤੁਹਾਨੂੰ ਕਿਤੋਂ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ। ਮੇਰੇ ਖਿਆਲ ਤਕਰੀਬਨ ਹੁਣ ਹਰ ਅੱਡੇ, ਹਰ ਸ਼ਹਿਰ ਦੇ ਵਿੱਚ ਉਹ ਅਵੇਲੇਬਲ ਹੈ ਸਾਰੀਆਂ ਚੀਜ਼ਾਂ। ਅਤੇ ਪਰ ਜਦੋਂ ਅਸੀਂ ਖੇਡਦੇ ਸੀ, ਅਸੀਂ ਤਾਂ ਵੇਟ ਤੋਂ ਸ਼ੁਰੂ ਕੀਤੀ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ 5-5 6-6 ਮੈਚ ਖੇਡਦੇ, ਕੋਈ ਪਰਵਾਹ ਨਹੀਂ। ਪਰ ਹੌਲੀ ਉਦੋਂ ਜਦੋਂ ਸਾਨੂੰ ਇਹ ਵਿਟਾਮਿਨ ਕਹਿ ਕੇ ਅਸੀਂ ਲਈ ਆ, ਉਦੋਂ ਨਾ ਸਾਨੂੰ ਕੋਈ ਐਡੀ ਨੌਲੇਜ ਜ਼ਾਹਿਰ ਆ ਵੀ ਮਤਲਬ ਜਦੋਂ ਨਾਲ ਦੇ ਇੱਕ ਉੱਦਾਂ ਦਾ ਮਾਹੌਲ ਹੁੰਦਾ, ਨਹੀਂ ਪਤਾ ਹੁੰਦਾ ਇਹ ਚੀਜ਼ਾਂ ਦਾ। ਠੀਕ ਹੈ, ਇੱਕ ਕੱਲ ਵੇਖ ਕੇ ਦੂਜਾ ਕਰਦਾ, ਅਤੇ ਅਸੀਂ ਤਾਂ ਵਿਟਾਮਿਨ ਸਮਝ ਕੇ ਲੈਂਦੇ ਰਹੇ ਹਾਂ। ਉਹ ਤਾਂ ਬਾਅਦ 'ਚ ਉਹਦਾ ਸਾਨੂੰ ਦੱਸਿਆ ਨਹੀਂ ਵੀ ਇਹਦਾ ਇੱਦਾਂ ਰਿਜੈਕਸ਼ਨ ਹੋ ਸਕਦਾ। ਹਾਂਜੀ, ਜਿੱਦਾਂ ਭਾਈ ਸਾਹਿਬ ਨੇ ਦੱਸਿਆ ਕਿ ਇਹ ਇਕੱਲੀ ਇਸ ਵੀਰ ਦੀ ਇਹ ਦਾਸਤਾਨ ਨਹੀਂ ਗੀ, ਕਿਉਂਕਿ ਆਮ ਪੰਜਾਬ ਦਾ ਲੋਕ ਜਿਹੜਾ ਆ ਜਾਂ ਸਾਡੇ ਨੌਜਵਾਨ ਵੀਰ ਆ ਬਹੁਤ ਹੀ ਭੋਲਿਆ। ਉਹਨਾਂ ਨੂੰ ਇੱਦਾਂ ਦੀਆਂ ਡਰੱਗਸ ਵਗੈਰਾ ਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਵੀ ਉਹ ਕੀ ਹੁੰਦੀਆਂ ਜਾਂ ਕੀ ਨਹੀਂ ਹੁੰਦੀਆਂ। ਪਰ ਭੋਲੇ ਭਾਲੇ ਲੋਕਾਂ ਨੂੰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਦਿੱਤੀ ਜਾਂਦੀ ਵੀ ਇਹਦੇ ਨਾਲ ਤੇਰੇ ਸਰੀਰ ਨੂੰ ਤਾਕਤ ਮਿਲੂਗੀ, ਜਿੱਦਾਂ ਵੀਰ ਜੀ ਕਹਿ ਰਹੇ ਆ, ਅਤੇ ਤੂੰ ਮਤਲਬ ਹੰਦਾ ਵਧੀਆ ਲੈ ਕੇ ਆਏਂਗਾ, ਜਦੋਂ ਤੇਰੀ ਪਕੜ ਵਧੀਆ ਹੋ ਜਾਊਗੀ। ਪਰ ਇਹ ਨਹੀਂ ਦੱਸਿਆ ਜਾਂਦਾ ਕਿ ਇਹ ਜਿਹੜੀ ਬਿਮਾਰੀ ਆ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਸਰੀਰ ਨੂੰ ਅੰਦਰੋਂ ਕਿੱਦਾਂ ਖੋਖਲਾ ਕਰ ਦੇਣਾ, ਇਹਨੇ ਜਿਹੜੀਆਂ ਹੱਡੀਆਂ ਜਿਹੜੀਆਂ ਕਿੱਦਾਂ ਕਮਜ਼ੋਰ ਹੋ ਜਾਣੀਆਂ। ਪਹਿਲੇ ਜਿਹੜੇ ਨੌਜਵਾਨ ਹੁੰਦੇ ਸੀਗੇ ਉਹ ਲੱਸੀ ਅਤੇ ਘੇ ਅਤੇ ਮੱਖਣ ਸ਼ੱਕਰ ਖਾ ਕੇ ਅਤੇ ਡੰਡ ਬੈਠਕਾ ਮਾਰ ਕੇ ਅਤੇ ਉਹ ਸਾਰਾ ਕੁਝ ਪਚਾ ਜਾਂਦੇ ਸੀਗੇ। ਅਤੇ ਅੱਜ ਕੱਲ੍ਹ ਕਿਸੇ ਨੂੰ ਘੇ ਤਾਂ ਪਚਦਾ ਨਹੀਂ ਗਾ, ਪਰ ਕੈਪਸੂਲ ਪਚ ਜਾਂਦਾ। ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ? ਬਿਲਕੁਲ ਤੁਹਾਡੀ ਇਹ ਗੱਲ ਸਹੀ ਹੈ ਜੀ। ਜਦੋਂ ਅਸੀਂ ਸ਼ੁਰੂ ਕੀਤੀ ਸੀ ਅਤੇ ਅਸੀਂ ਸ਼ੁਰੂ ਕੀਤੀ 33 ਕਿਲੋ ਤੋਂ, ਤਕਰੀਬਨ ਸਾਨੂੰ ਉਦੋਂ ਇਹਨਾਂ ਚੀਜ਼ਾਂ ਦਾ ਕਿਸੇ ਨੂੰ ਵੀ ਨਹੀਂ ਪਤਾ। ਅੱਜ ਤੋਂ 10 ਸਾਲ ਤੋਂ ਪਹਿਲਾਂ ਮੇਰੇ ਖਿਆਲ ਹਾਂਜੀ ਕੁਛ ਨਹੀਂ ਪਤਾ। ਅਤੇ ਉਦੋਂ ਸਾਡਾ ਸਟੈਮਨਾ ਵੀ ਉਹਦਾ ਨੈਚੁਰਲ ਜਿਹੜੀ ਖੁਰਾਕ ਹੈ ਉਹਦੇ ਨਾਲ ਅਸੀਂ ਜਿਹੜਾ ਹੁਣ ਪੁਰਾਣੇ ਪਲੇਅਰ ਜਿੰਨੇ ਅਸੀਂ ਛੱਬੇ ਹੋਣੀ, ਫਿੱਡੂ ਭਾਜੀ, ਜਿੰਨੇ ਵੀ ਸਾਰੇ ਉਹ ਲੰਮਾ ਸਮਾਂ 25-25 ਸਾਲ ਜਿੰਨੀ ਸਾਡੀ ਉਮਰ ਨਹੀਂ ਉਹਨਾਂ ਚਿਰ ਖੇਡ ਗਏ। ਉਹ ਇਸੇ ਕਰਕੇ ਖੇਡ ਗਏ ਉਹ ਕਿਉਂਕਿ ਉਹ ਨੈਚੁਰਲ ਖੁਰਾਕਾਂ ਨਾਲ ਖੇਡੇ ਆ। ਅਤੇ ਇਹਦਾ ਤਾਂ ਸਾਰਿਆਂ ਨੂੰ ਪਤਾ ਸਾਨੂੰ ਕਿ ਇਹਦਾ ਸਾਈਡ ਇਫੈਕਟ ਤਾਂ ਇਹਦੇ ਹੈਗੇ ਆ ਨਾ ਪਹਿਲਾਂ ਉੱਤੇ, ਉਹਦਾ ਕਰਕੇ ਫਿਰ ਜਿੱਦਾਂ ਸਿੰਘ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਦੱਸਿਆ ਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ ਗਾ ਕਿ ਇਹ ਜਿਹੜੇ ਅਸੀਂ ਗੋਲੀਆਂ ਜਿਹੜੀ ਸਾਨੂੰ ਤਾਕਤ ਕਰਕੇ ਦਿੱਤੀਆਂ ਜਾਂਦੀਆਂ ਜਾਂ ਟੀਕੇ ਸਾਨੂੰ ਤਾਕਤ ਕਰਕੇ ਦੱਸੇ ਜਾਂਦੇ ਆ, ਇਹਨਾਂ ਦਾ ਇੰਨਾ ਸਾਈਡ ਇਫੈਕਟ ਹੁੰਦਾ ਕਿ ਜੋ ਉਸ ਹਿਸਾਬ ਦੇ ਨਾਲ ਉਸ ਡੋਜ਼ ਦੇ ਨਾਲ ਤੁਸੀਂ
ਆਪਣੀ ਖੇਡ ਨਹੀਂ ਕਰਦੇ ਜਾਂ ਜ਼ੋਰ ਨਹੀਂ ਲਾਉਂਦੇ ਤਾਂ ਉਹ ਸਰੀਰ ਨੂੰ ਕਈ ਵਾਰੀ ਐਡਾ ਵੀ ਨੁਕਸਾਨ ਹੋ ਜਾਂਦਾ ਕਿ ਜਾਨ ਵੀ ਜਾਂਦੀ ਲੱਗਦੀ ਹੈ। ਇੱਦਾਂ ਹੁੰਦੀ ਹੈ ਜੀ। ਠੀਕ ਹੈ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ, ਤੁਸੀਂ ਇਹ ਜਿਹੜੀ ਗੇਮ ਆ ਕਿੰਨੀ ਕੁ ਦੇਰ ਤੋਂ ਖੇਡਦੇ ਆ ਅਤੇ ਤੁਸੀਂ ਕੀ ਮਹਿਸੂਸ ਕਰਦੇ ਆ ਸਾਨੂੰ ਇਹ ਗੇਮ ਕਿੱਦਾਂ ਖੇਡਣੀ ਚਾਹੀਦੀ ਆ ਜਾਂ ਆਪਣੇ ਭਰਾਵਾਂ ਨੂੰ ਕਿੱਦਾਂ ਦੱਸਣਾ ਚਾਹੁੰਦੇ ਆ ਤਾਂ ਕਿ ਕਿਉਂਕਿ ਸਾਡਾ ਸਿੰਘ ਸਭਾ ਸਪੋਰਟਸ ਕਲੱਬ ਦਾ ਮੇਨ ਮਕਸਦ ਇਹ ਆ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨੂੰ ਕਿਹੜੇ ਤਰੀਕੇ ਨਾਲ ਨਸ਼ਿਆਂ ਤੋਂ ਬਚਾਇਆ ਜਾ ਸਕੇ ਅਤੇ ਤਾਂ ਕਿ ਉਹ ਕੌਮ ਦਾ ਭਵਿੱਖ ਸਾਂਭ ਸਕਣ। ਕਿਉਂਕਿ ਅੱਜ ਸਾਡਾ ਜਿੱਥੇ ਅਸੀਂ ਫਖਰ ਨਾਲ ਕਹਿੰਦੇ ਆ ਕਿ ਸਾਡੀ ਇਹ ਗੇਮ ਆ, ਸਾਡੀ ਇਹ ਪੰਜਾਬ ਦੀ ਪ੍ਰਮੁੱਖ ਗੇਮ ਆ, ਸਾਨੂੰ ਵਿਰਸੇ ਦੇ ਵਿੱਚ ਮਿਲੀ ਆ, ਪਰ ਨਸ਼ੇ ਸਾਨੂੰ ਵਿਰਸੇ ਵਿੱਚ ਨਹੀਂ ਸੀ ਮਿਲੇ, ਨਸ਼ੇ ਸਾਡੇ ਵਿੱਚ ਵਾੜੇ ਗਏ ਆ। ਅਤੇ ਇਸ ਐਲਾਨ ਤੋਂ ਮੁਕਤ ਕਰਨ ਲਈ ਆਪਣੇ ਭਰਾਵਾਂ ਨੂੰ ਵੀ ਕੀ ਕਹਿਣਾ ਚਾਹੁੰਦੇ ਆ? 2 ਮਿੰਟ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਛੋਟੀ ਉਮਰ ਤੋਂ ਪਹਿਲਾਂ ਮੈਂ ਐਥਲੈਟਿਕ ਸੀਗਾ, ਐਥਲੀਟ ਸੀਗਾ, ਮੈਂ ਐਥਲੈਟਿਕ ਕਰਦਾ ਸੀਗਾ ਅਤੇ 10ਵੀਂ ਕਲਾਸ 'ਚ ਆਣ ਕੇ ਅਤੇ ਮੇਰੇ ਕੋਚ ਸਾਹਿਬ ਨੇ ਮੇਰਾ ਕੱਦ ਕਾਠ ਦੇਖ ਕੇ ਮੈਨੂੰ ਕਿਹਾ, ਮੈਨੂੰ ਕਬੱਡੀ ਵੱਲ ਪ੍ਰੇਰਿਤ ਕੀਤਾ। ਅਤੇ ਜਿਸ ਟਾਈਮ ਮੈਂ ਕਬੱਡੀ 'ਚ ਆਇਆ ਜੀ, ਉਸ ਟਾਈਮ ਯਾਨੀ ਕਿ ਇੰਨਾ ਨਸ਼ੇ ਦਾ ਕੋਈ ਹੈ ਨਹੀਂ ਸੀਗਾ ਹਿਸਾਬ ਕਿਤਾਬ ਹਾਂਜੀ, ਉਹਨਾਂ ਦਿਨਾਂ 'ਚ ਕਿਸੇ ਨੂੰ ਨਹੀਂ ਸੀ ਇਹ ਦੱਸਿਆ ਜਾਂਦਾ ਕਿ ਤੁਸੀਂ ਆਹ ਖਾਓ ਜਾਂ ਉਹ ਖਾਓ। ਬਾਅਦ ਵਿੱਚ ਜਦੋਂ ਅਸੀਂ ਥੋੜ੍ਹਾ ਜਿਹਾ ਵੱਡੇ ਹੋਏ ਅਤੇ ਜਦੋਂ ਸਾਡੇ ਮੈਚ ਹੁੰਦੇ ਸੀਗੇ, ਅਕੈਡਮੀਆਂ ਦੇ ਮੈਚ ਹੋਏ, ਅਕੈਡਮੀਆਂ 'ਚ ਗਏ ਹਾਂ ਅਤੇ ਪਹਿਲਾਂ ਤਾਂ ਸਾਨੂੰ ਕੋਈ ਕੁਛ ਨਹੀਂ ਸੀ ਦੱਸਿਆ ਜਾਂਦਾ। ਜਦੋਂ ਸਾਡੇ ਮੈਚ ਹੁੰਦੇ ਸੀ, ਮੈਚ ਦੇ ਟਾਈਮ ਸਾਡੇ ਕੋਲ ਲਿਆ ਕੇ ਸਾਰਾ ਕੁਝ ਲਾ ਦਿੱਤਾ ਜਾਂਦਾ ਵੀ ਤੁਸੀਂ ਸਾਨੂੰ ਮੈਚ ਲੈ ਕੇ ਦਿਓ, ਸਾਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ, ਮਤਲਬ ਸਾਨੂੰ ਗੇਮ ਜਿੱਤ ਕੇ ਦੇਣੀ ਆ ਤੁਸੀਂ। ਲੈ ਕੇ ਕੌਣ ਦਿੰਦਾ ਸੀ? ਬਸ ਜੀ ਜਿਹੜੇ ਸਾਨੂੰ ਖਿਡਾ ਰਹੇ ਆ, ਜਿਹੜੇ ਖਿਡਾਉਂਦੇ ਸੀ। ਹਾਂਜੀ। ਅਤੇ ਉਸ ਤੋਂ ਬਾਅਦ ਜੀ ਫਿਰ ਹੌਲੀ ਹੌਲੀ ਫਿਰ ਸਾਨੂੰ ਦੱਸਦੇ ਵੀ ਨਹੀਂ ਸੀ ਇਹਦਾ ਕੀ ਅਸਰ ਆ। ਫਿਰ ਅਸੀਂ ਉਸ ਚੀਜ਼ ਨੂੰ ਯਾਨੀ ਕਿ ਲੈਣਾ ਸ਼ੁਰੂ ਕੀਤਾ, ਉਹ ਸਾਡੇ ਸਰੀਰ ਦੇ ਨਾਲ ਜੁੜਦੀ ਗਈ। ਫਿਰ ਜਦ ਤੱਕ ਅਸੀਂ ਉਸ ਚੀਜ਼ ਨੂੰ ਲੈਂਦੇ ਨਹੀਂ ਸੀ, ਸਾਡੇ ਕੋਲ ਖੇਡਿਆ ਨਹੀਂ ਸੀ ਜਾਂਦਾ। ਕਿਉਂਕਿ ਜਦੋਂ ਪ੍ਰੈਕਟਿਸ ਕਰਦੇ ਆ ਤੁਸੀਂ, ਪ੍ਰੈਕਟਿਸ ਟਾਈਮ ਤੁਹਾਨੂੰ ਉਹ ਚੀਜ਼ ਮਿਲੇ ਨਾ, ਤੁਸੀਂ ਫਿਰ ਉਹਨਾਂ ਜ਼ੋਰ ਨਹੀਂ ਲਾ ਸਕਦੇ। ਅਤੇ ਜਦੋਂ ਜਿੱਦਾਂ ਅਸੀਂ ਅੱਗੇ ਵੱਧਦੇ ਗਏ, ਇਹਨਾਂ ਚੀਜ਼ਾਂ ਦਾ ਉਨਾ ਹੀ ਸੇਵਨ ਸਾਡਾ ਵੱਧਦਾ ਗਿਆ ਅਤੇ ਬੜਾ ਯਾਨੀ ਕਿ ਇਸ ਚੀਜ਼ ਦਾ ਸਾਨੂੰ ਇਹ ਚੀਜ਼ ਦਾ ਬਾਅਦ 'ਚ ਪਤਾ ਲੱਗਦਾ ਜਦੋਂ ਸੱਟ ਲੱਗਦੀ ਆ। ਅਤੇ ਜਦੋਂ ਮੇਰੇ ਲੱਕ 'ਤੇ ਆਪਰੇਸ਼ਨ ਹੋਇਆ, ਬਾਅਦ ਵਿੱਚ ਜਿਹੜੇ ਪ੍ਰਮੋਟਰ ਸਾਨੂੰ ਇਹ ਕਹਿੰਦੇ ਹੁੰਦੇ ਆ ਕਿ ਪੁੱਤਰਾ ਕੋਈ ਚੱਕਰ ਨਹੀਂ, ਅਸੀਂ ਤੁਹਾਡੇ ਨਾਲ ਆ, ਅਸੀਂ ਐਂ ਕਰਾਂਗੇ, ਅਸੀਂ ਜਿਉਂ ਕਰਾਂਗੇ, ਅਤੇ ਕਿਸੇ ਨੇ ਵੀ ਲਾਗੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਥੋਂ ਤੱਕ ਕਿ ਮੈਂ ਬੰਦਿਆਂ ਦੇ ਮੂੰਹ 'ਤੇ ਖੜ ਕੇ ਵੀ ਕਿਹਾ ਕਿ ਮੈਂ ਉਸ ਟਾਈਮ ਮੇਰੇ ਸੱਟ ਲੱਗੀ ਜੀ, ਮੇਰਾ 2500 ਯੂਰੋ ਖਰਚਾ ਆਇਆ, ਜਦ ਕਿ ਮੈਂ ਇੱਥੇ ਨਵਾਂ ਆਇਆ ਸੀ ਅਜੇ, ਅਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਵੀ ਕਿੱਦਾਂ ਮੇਰੇ ਮਾਫ ਹੋਣੇ। ਹਾਂਜੀ, ਇੱਥੇ ਦੀ ਗੱਲ ਆ ਜੀ, ਫਰਾਂਸ ਦੀ ਗੱਲ ਆ ਜੀ। ਅੱਛਾ, ਫਰਾਂਸ ਦੀ ਗੱਲ ਹੈ। ਹਾਂਜੀ, ਮੇਰੇ ਇੱਥੇ ਸੱਟ ਲੱਗੀ। ਇੱਥੇ ਸੱਟ ਕਿਹੜੇ ਸਾਲ ਦੀ? ਮੈਨੂੰ ਜੀ ਅੱਜ ਤੋਂ 2 ਸਾਲ ਪਹਿਲਾਂ ਸੱਟ ਲੱਗੀ ਜੀ ਇੱਥੇ। ਅੱਛਾ। ਅਤੇ ਮੈਨੂੰ ਬੰਦੇ ਕਹਿੰਦੇ ਸੀ ਵੀ ਅਸੀਂ ਕੋਈ ਗੱਲ ਨਹੀਂ ਪੁੱਤਰਾ, ਤੇਰੇ ਨਾਲ ਖੜੇ ਹਾਂ, ਤੂੰ ਸਾਨੂੰ 1 ਬੂੰਦ ਖੂਨ ਦੀ ਦੇਂਗਾ, ਅਸੀਂ ਤੈਨੂੰ ਬੋਤਲਾਂ ਦੇਵਾਂਗੇ। ਅਤੇ ਉਸ ਤੋਂ ਬਾਅਦ ਜੀ ਮੈਂ ਬਥੇਰਾ ਉਹਨਾਂ ਨੂੰ ਕਿਹਾ ਵੀ ਮੈਨੂੰ ਕਹਿੰਦੇ ਸੀ ਵੀ ਤੂੰ ਸਾਨੂੰ, ਤੇਰੇ ਸੱਟ ਲੱਗੀ, ਤੂੰ ਸਾਨੂੰ ਦੱਸਿਆ ਨਹੀਂ। ਅਤੇ ਮੇਰੇ ਖਿਆਲ ਨਾਲ ਕਿ ਜਦੋਂ ਕਿਸੇ ਦੇ ਸੱਟ ਲੱਗੀ ਹੋਵੇ ਤਾਂ ਕਿਸੇ ਨੂੰ ਇਨਵੀਟੇਸ਼ਨ ਨਹੀਂ ਦੇਣ ਦਿੱਤਾ ਜਾਂਦਾ ਕਿ ਮੇਰੇ ਸੱਟ ਲੱਗੀ, ਮੇਰਾ ਪਤਾ ਲੈਣ ਆਓ। ਅਤੇ ਬੰਦਿਆਂ ਨੇ ਮੈਨੂੰ ਬੜਾ ਕਿਹਾ ਜੀ ਕੋਈ ਨਹੀਂ, ਅਸੀਂ ਤੇਰੇ ਪੈਸੇ ਵੀ ਦੇਵਾਂਗੇ ਪੁੱਤ, ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਲੈ, ਜੇ ਆ ਉਹ ਬਸ ਗੱਲਾਂ ਕਰਕੇ ਸਾਰਿਆਂ ਨੇ ਸਾਰ ਦਿੱਤਾ ਜੀ। ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ, ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੁਸੀਂ ਵੀ ਕਾਕਾ ਕੋਈ ਚੱਕਰ ਨਹੀਂ, ਅਸੀਂ ਤੇਰੀ ਹੈਲਪ ਕਰਦੇ ਹਾਂ, ਕਿਸੇ ਨੇ ਹੈਲਪ ਨਹੀਂ ਕੀਤੀ ਜੀ। ਜਿਹੜੀ ਗੋਲੀ ਗਾਲੀ ਤੁਸੀਂ ਕਹਿੰਦੇ ਆ ਜਾਂ ਕੋਈ ਟੀਕਾ, ਉਹ ਇੱਥੇ ਲਿਆ ਕੇ ਤੁਹਾਨੂੰ? ਮੈਂ ਤਾਂ ਇੰਡੀਆ ਦੀ ਗੱਲ ਨਹੀਂ, ਮੈਂ ਇੰਡੀਆ ਦੀ ਗੱਲ ਕਰ ਰਿਹਾ ਸੀਗਾ ਪਹਿਲਾਂ, ਪਰ ਜਿਹੜਾ ਗੋਲੀ ਟੀਕੇ ਉਹ ਇੰਡੀਆ ਸੀਗੇ। ਇੱਥੇ ਆਣ ਕੇ ਤਾਂ ਬਾਅਦ 'ਚ ਸਾਡੇ ਜਦੋਂ ਇੱਥੇ ਕਲੱਬ ਵੱਲੋਂ ਖੇਡਦਿਆਂ ਦੇ ਵੀ ਸੱਟਾਂ ਲੱਗੀਆਂ, ਪਹਿਲਾਂ ਤਾਂ ਸਾਰੇ ਕਹਿ ਦਿੰਦੇ ਆ ਕਿ ਅਸੀਂ ਤੁਹਾਡੇ ਨਾਲ ਆ। ਜਦੋਂ ਸਾਡੇ ਮੈਚ ਹੋ ਕੇ ਹਟ ਜਾਂਦੇ ਆ, ਜਿਸ ਦਿਨ ਸਾਡੇ ਮੈਚ ਚੱਲਦੇ ਆ, ਸਾਰੇ ਸਾਨੂੰ ਫੋਨ ਕਰਦੇ ਆ। ਜਦੋਂ ਕਦੇ ਕੰਮ ਦਾ ਕੀ, ਹਾਂਜੀ ਕੰਮ 'ਤੇ ਵੀ ਲੈ ਕੇ ਜਾਂਦੇ ਆ। ਜਿਸ ਟਾਈਮ ਸਾਡੇ ਮੈਚ ਖਤਮ ਹੋ ਜਾਂਦੇ ਆ, ਸਾਨੂੰ ਕੋਈ ਫੋਨ ਨਹੀਂ ਕਰਦਾ, ਅਸੀਂ ਫੋਨ ਕਰੀਏ ਸਾਡਾ ਕੋਈ ਫੋਨ ਨਹੀਂ ਚੱਕਦਾ। ਉਸ ਤੋਂ ਬਾਅਦ ਫਿਰ ਸਾਨੂੰ ਬਾਅਦ 'ਚ ਜਦੋਂ ਕਿਤੇ ਮਿਲੇ, ਭਾਜੀ ਤੁਸੀਂ ਸਾਡਾ ਫੋਨ ਨਹੀਂ ਚੱਕਦੇ, ਤੁਸੀਂ ਮਿਲ ਲਓਗੇ। ਉਹ ਕਹਿੰਦੇ ਜਦੋਂ ਤੁਹਾਡਾ ਟੂਰਨਾਮੈਂਟ ਖਤਮ ਹੋਏ ਸੀ, ਅਸੀਂ ਮੀਟਿੰਗ ਸੱਦੀ ਸੀ, ਤੁਹਾਨੂੰ ਰੈਸਟੋਰੈਂਟ 'ਚ ਸੱਦਿਆ ਸੀ, ਤੁਹਾਡੀ ਪਾਰਟੀ ਕੀਤੀ ਸੀ ਵੀ ਚਲੋ ਅਸੀਂ ਤੁਹਾਨੂੰ ਸੀ ਆਫ ਕੀਤਾ ਕਿ ਆਉਂਦੇ ਸਾਲ ਮਿਲਦੇ ਹਾਂ। ਜੇ ਕਬੱਡੀ ਇਹ ਆਪਣੇ 1 ਸਾਲ ਬਾਅਦ ਤੁਸੀਂ ਮਿਲਣਾ ਪਲੇਅਰ ਨੂੰ, ਅਤੇ ਸਾਲ ਬਾਅਦ ਜਾ ਕੇ ਤੁਸੀਂ ਕਹਿ ਦੇਣਾ ਜੀ ਇਹ ਸਾਡੇ ਪਲੇਅਰ ਆ, ਇਹ ਵੀ ਗੱਲ ਵਧੀਆ ਨਹੀਂ। ਜੇ ਤੁਸੀਂ ਪਲੇਅਰ ਦੇ ਨਾਲ ਖੜਨਾ ਆ ਤਾਂ ਸਦਾ ਲਈ ਖੜੋ, ਨਹੀਂ ਖੜਨਾ ਤਾਂ ਸਿੱਧਾ ਕਹਿ ਦਿਓ ਕਿ ਅਸੀਂ ਤੁਹਾਡੇ ਨਾਲ ਨਹੀਂ ਖੜ ਸਕਦੇ। ਅਤੇ ਬੰਦਿਆਂ ਨੇ ਬੜੇ ਵਾਅਦੇ ਕੀਤੇ ਆ ਜੀ ਸਾਡੇ ਨਾਲ, ਪਰ ਕੋਈ ਸਾਡੇ ਨਾਲ ਪੂਰਾ ਨਹੀਂ ਉਤਰਿਆ ਅਜੇ ਤੱਕ। ਅਤੇ ਹੁਣ ਅਸੀਂ ਨਵੇਂ ਕਲੱਬ ਦੇ ਵਿੱਚ ਆਏ ਹਾਂ ਅਤੇ ਵਾਹਿਗੁਰੂ ਇਹਨੂੰ ਚੜ੍ਹਦੀ ਕਲਾ 'ਚ ਰੱਖੇ, ਅਤੇ ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ ਅਤੇ ਇਹ ਸਾਡੇ ਨਾਲ ਖੜ੍ਹਨ ਜੀ। ਵਾਹਿਗੁਰੂ ਜੀ। ਆਪਣੀ ਦਾਸਤਾਨ ਦੱਸੀ ਆ ਕਿ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਵੀ ਜਦੋਂ ਇਹਨਾਂ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ, ਕਿੱਡੀ ਸੋਹਣੀ ਸਿਹਤ ਆ ਇੰਡੀਆ ਦੇ ਵਿੱਚ। ਅਤੇ ਉੱਥੋਂ ਜਿਹੜੇ ਇਹਨਾਂ ਦੇ ਪ੍ਰਮੋਟਰ ਸੀਗੇ, ਜਿਨ੍ਹਾਂ ਨੇ ਇਹਨਾਂ ਨੂੰ ਪ੍ਰਮੋਟ ਕਰਦੇ ਸੀ, ਉਹਨਾਂ ਨੇ ਗੋਲੀਆਂ ਗਾਲੀਆਂ ਜੋ ਵੀ ਲਿਆ ਕੇ ਦਿੱਤੀਆਂ ਵੀ ਕਾਕਾ ਆਪਾਂ ਇਹ ਮੈਚ ਜਿੱਤਣਾ ਆ। ਅਤੇ ਉਹ ਜਦੋਂ ਗੋਲੀ ਖਾਧੀ ਉਦੋਂ ਤਾਂ ਵਾਕਿਆ ਹੀ ਚਪੇੜ ਮਾਰ ਕੇ ਲੈ ਆਉਂਦੇ ਹੋਣਗੇ ਹੰਦਾ, ਪਰ ਉਹ ਗੋਲੀ ਦਾ ਇੰਨਾ ਅਸਰ ਹੋ ਗਿਆ ਜਿੱਦਾਂ ਵੀਰ ਜੀ ਨੇ ਕਿਹਾ ਆ
ਕਿ ਹੌਲੀ ਹੌਲੀ ਇਹਨਾਂ ਦੇ ਸਰੀਰ ਦੇ ਵਿੱਚ ਘਰ ਕਰ ਗਈ, ਅਤੇ ਫਿਰ ਜਦ ਤੱਕ ਗੋਲੀ ਨਾ ਖਾਣ ਉਦੋਂ ਤੱਕ ਪ੍ਰੈਕਟਿਸ ਵੀ ਨਹੀਂ ਕਰ ਸਕਦੇ। ਮੈਚ ਤਾਂ ਜਿੱਤਣਾ ਇੱਕ ਦੂਰ ਦੀ ਗੱਲ ਆ, ਫਿਰ ਜਿਹੜੀ ਹੁਣ ਗੋਲੀ ਖਾਧੀ ਹੈ, ਫਿਰ ਜਦੋਂ ਮੈਚ ਖੇਡਣਾ ਹੋਊਗਾ ਫਿਰ ਲਾਜ਼ਮੀ ਆ ਕਿ ਇਹਨਾਂ ਨੂੰ ਕੋਈ ਨਾ ਕੋਈ ਟੀਕਾ ਲਾਉਣਾ ਪਊਗਾ ਤਾਂ ਇਹ ਮੈਚ ਜਾ ਖੇਡ ਸਕਣਗੇ। ਅਤੇ ਦੱਸੋ ਉਸ ਕਬੱਡੀ ਵਿੱਚੋਂ ਕੀ ਖੱਟਿਆ, ਆਪਣੀ ਸਿਹਤ ਵੀ ਗਵਾਈ, ਆਪਣੀਆਂ ਇਛਾਵਾਂ ਸਾਰੀਆਂ ਖਰਾਬ ਕੀਤੀਆਂ। ਅਤੇ ਬਾਅਦ ਵਿੱਚ ਵੀਰ ਜੀ ਦਾ ਜਿਹੜਾ ਦੂਸਰਾ ਗੁੱਸਾ ਹੈਗਾ ਕਿ ਪਹਿਲੋਂ ਬਹੁਤ ਲੰਬੇ ਲੰਬੇ ਵਾਅਦੇ ਵੀ ਕੀਤੇ ਗਏ, ਬਾਅਦ ਵਿੱਚ ਉਹਨਾਂ ਨਾਲ ਕੋਈ ਵਾਅਦਾ ਵੀ ਨਹੀਂ ਪੁਤਾਇਆ ਗਿਆ। ਦੁੱਖ ਦੀ ਗੱਲ ਆ, ਪਰ ਆਪਾਂ ਕੋਸ਼ਿਸ਼ ਅੱਜ ਇਸੇ ਕਰਕੇ ਸੰਗਤ ਟੀਵੀ ਕੋਸ਼ਿਸ਼ ਕਰ ਰਿਹਾ ਤਾਂ ਕਿ ਜਿਹੜੀ ਤੁਹਾਡੀ ਆਵਾਜ਼ ਆ ਬਾਕੀ ਪ੍ਰਮੋਟਰਾਂ ਤੱਕ ਵੀ ਪਹੁੰਚਾਈ ਜਾਵੇ ਅਤੇ ਬਾਕੀ ਖਿਡਾਰੀਆਂ ਤੱਕ ਵੀ ਪਹੁੰਚਾਈ ਜਾਵੇ, ਤਾਂ ਕਿ ਆਉਣ ਵਾਲੇ ਸਮੇਂ 'ਚ ਕੁਛ ਨਾ ਕੁਛ ਬਚਾਅ ਹੋ ਸਕੇ। ਸਿਰਫ ਇਹੀ। ਹਾਂਜੀ ਵੀਰ ਜੀ, ਤੁਸੀਂ ਕਬੱਡੀ ਖੇਡਦੇ ਆ ਅਤੇ ਕਿੰਨੀ ਦੇਰ ਤੋਂ ਖੇਡਦੇ ਆ? ਤੁਹਾਡੇ ਐਕਸਪੀਰੀਅੰਸ ਦੇ ਮੁਤਾਬਕ ਤੁਸੀਂ ਕਬੱਡੀ ਦੀ ਗੇਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੱਲ ਇਹੀ ਕਰਦੇ ਹਾਂ ਜੀ, ਮੈਂ 2005 ਦੇ ਵਿੱਚ ਸ਼ੁਰੂ ਕੀਤੀ ਸੀਗੀ ਕਬੱਡੀ ਖੇਡਣੀ। ਉਦੋਂ ਬਾਅਦ 2007-08 ਦੇ ਵਿੱਚ ਮੈਂ ਚਲ ਗਿਆ ਸੀਗਾ ਨਕੋਦਰ, ਪੰਮੇ ਭਾਜੀ ਹੋਣਾ ਕੋਲ, ਕੋਚ ਸਾਹਿਬ ਜਿਹੜੇ। ਅਤੇ ਉਦੋਂ ਬਾਅਦ 2009 ਦੇ ਵਿੱਚ ਮੈਂ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਕਪੂਰਥਲੇ ਅਤੇ ਉੱਥੇ ਗਿਆ ਸੀਗਾ। ਪਰ ਬਹੁਤ ਵਧੀਆ ਸਾਥ ਦਿੱਤਾ ਸੀਗਾ ਉਹਨਾਂ, ਜਿੱਦਾਂ ਵੀ ਖੇਡਦੇ ਰਹੇ ਬੜੀ ਵਧੀਆ ਮਿਹਨਤ ਲਵਾਉਂਦੇ ਰਹੇ ਸੀਗੇ। ਚਲੋ ਸਮੇਂ ਦੇ ਮੁਤਾਬਕ ਜਿੱਦਾਂ ਵੀ ਮਾਹੌਲ ਚੱਲ ਬਣਿਆ, ਸਾਨੂੰ ਇੱਧਰ ਨੂੰ ਆਉਣਾ ਪਿਆ, ਬਾਹਰ ਨੂੰ, ਯੂਰਪ ਨੂੰ। ਪਰ ਬੇਨਤੀ ਇਹ ਕੀਤੀ ਜਾਂਦੀ ਹੈ ਕਿ ਜਿਹੜਾ ਨਸ਼ਾ ਅੱਜ ਕੱਲ੍ਹ ਚੱਲ ਰਿਹਾ ਹੈ ਇੰਡੀਆ ਦੇ ਵਿੱਚ ਖਾਸ ਕਰਕੇ, ਉਹਦੇ ਉੱਤੇ ਜ਼ੋਰ ਦਿੱਤਾ ਜਾਵੇ ਕਿ ਆਪਾਂ ਇਸ ਜਿਹੜੀ ਲੀਹ ਹੈ ਜਿਹੜੀ ਚੱਲ ਰਹੀ ਹੈ ਇਸ ਨੂੰ ਰੋਕਿਆ ਜਾਵੇ। ਉਦੋਂ ਬਾਅਦ ਮੇਨ ਗੱਲ ਇਹ ਹੈ ਕਿ ਜਿਹੜੇ ਅਕੈਡਮੀਆਂ ਦੇ ਵਿੱਚ ਜਿਹੜੇ ਕੋਚ ਸਾਹਿਬ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਪਲੇਅਰ ਉੱਭਰ ਰਹੇ ਨੇ ਉਹਨਾਂ ਨੂੰ ਨਸ਼ੇ ਵੱਲੋਂ ਰੋਕਿਆ ਜਾਵੇ। ਉਦੋਂ ਬਾਅਦ ਉਹ ਤੋਂ ਵੱਧ ਕੇ ਗੱਲ ਇਹ ਹੈ ਕਿ ਜਿਹੜੇ ਸਟਾਰ ਪਲੇਅਰ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਨੂੰ ਤਾਂ ਖੁਦ ਨੂੰ ਪਤਾ ਹੈ, ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਤਾ ਇਹ ਗੱਲ ਦਾ ਵੀ ਇਹਦਾ ਰਿਜ਼ਲਟ ਕੀ ਹੈ। ਵੀ ਹੱਥ ਬੰਨ੍ਹ ਕੇ ਇਹੀ ਬੇਨਤੀ ਹੈ ਵੀ ਤੁਹਾਡੇ ਸਾਹਮਣੇ ਉਹਦਾ ਰਿਜ਼ਲਟ ਕੀ ਹੈ ਜੀ, ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਨਾ ਉਹ ਖਤਮ ਹੋ ਜਾਏਗੀ। ਜਿਹੜੀ ਮਾਂ ਖੇਡ ਕਬੱਡੀ ਹੈ ਉਹ ਆਪਣੇ ਹੱਥੋਂ ਨਿਕਲ ਜਾਏਗੀ ਇੱਕ ਦਿਨ ਨੂੰ। ਨਸ਼ਿਆਂ ਦਾ ਇੰਨਾ ਅਸਰ ਹੋ ਜੀ ਬਿਲਕੁਲ ਜੀ, ਬਿਲਕੁਲ ਜੀ। ਆਉਣ ਵਾਲੀ ਜਿਹੜੀ ਆਪਣੀ, ਮੈਂ ਕਹਿਣਾ ਨਹੀਂ ਚਾਹੁੰਦਾ, ਕਹਿ ਦਿਓ ਇਹ ਟੈਲੀਵਿਜ਼ਨ ਆ, ਆਪਾਂ ਕਿਸੇ ਦੇ ਖਿਲਾਫ ਨਹੀਂ ਕਹਿ ਰਹੇ, ਪਰ ਜਿਹਦੇ ਨਾਲ ਜਿਹੜੇ ਬੋਲਾਂ ਦੇ ਨਾਲ ਕਿਸੇ ਦਾ ਭਲਾ ਹੋ ਸਕਦਾ, ਹਾਂਜੀ, ਉਹ ਕਹਿਣ 'ਚ ਕੋਈ ਹਰਜ ਨਹੀਂ ਹੈ ਜੀ ਜੀ। ਇਹ ਮੈਂ ਕਹਿਣਾ ਵੀ ਇਹੋ ਜਿਹੀ ਮੈਡੀਸਨ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ। ਹੱਥ ਜੋੜ ਕੇ ਬੇਨਤੀ ਇਹੀ ਹੈ ਕਿ ਇਹਨਾਂ ਦਵਾਈਆਂ ਤੋਂ, ਮੈਡੀਸਨ ਤੋਂ, ਸਾਰੀਆਂ ਤੋਂ ਰਹਿਤ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਐਕਸਪੀਰੀਅੰਸ ਤੁਸੀਂ ਵੀ ਕਦੀ ਇਹ ਵਰਤੀ ਹੈ? ਜੀ ਨਹੀਂ, ਕਦੀ ਨਹੀਂ ਜੀ ਵਰਤੀ। ਕੋਈ ਪ੍ਰੋਟੀਨ ਵਗੈਰਾ ਉਹ ਲੈ ਲੈਣੀ ਮਾੜੀ ਮੋਟੀ, ਕੋਈ ਚੱਕਰ ਨਹੀਂ ਗਾ। ਨਸ਼ਾ ਨਹੀਂ ਜੀ ਵਰਤੇ ਜੀ। ਕੋਈ ਵੀ ਬੰਦਾ ਇਹੋ ਜਿਹਾ ਕੋਈ ਉਂਗਲ ਕਰਦੇ ਮੇਰੇ ਵੱਲ ਵੀ ਇਹ ਬੰਦੇ ਨੇ ਨਸ਼ਾ ਕੀਤਾ ਹੈ, ਨਸ਼ਾ ਕਰਕੇ ਕੋਈ ਖੇਡ ਸਕਦਾ ਹੈ। ਪਰ ਤੁਹਾਨੂੰ ਤੁਸੀਂ ਬਹੁਤ ਦਰਦ ਨਾਲ ਕਹਿ ਰਹੇ ਕਿ ਇਹ ਨਸ਼ਾ ਬਹੁਤ ਭੈੜਾ ਹੈ, ਇਹਨੂੰ ਨਹੀਂ ਪਤਾ ਜੀ। ਤਾਂ ਕਰਕੇ ਜੀ ਕਈ ਬੰਦੇ ਇਹੋ ਜਿਹੇ ਦੇਖੇ ਨੇ, ਇਹੋ ਜਿਹੇ ਪਲੇਅਰ, ਹਾਂਜੀ ਪਲੇਅਰ ਵੇਖੇ ਵੀ ਹੈ, ਸੁਣੇ ਵੀ ਹੈ, ਜਿਨ੍ਹਾਂ ਦੇ ਅੱਗੇ ਔਲਾਦ ਨਹੀਂ ਹੁੰਦੀ। ਅੱਛਾ ਅੱਛਾ, ਮੇਨ ਪੁਆਇੰਟ ਇਹਦਾ ਇਹ। ਤੁਹਾਡਾ ਕੋਈ ਸੱਜਣ ਮਿੱਤਰ ਇਦਾਂ ਦਾ ਸੀ? ਜੀ ਬਿਲਕੁਲ। ਤੇ ਮੇਨ ਵੀ ਔਲਾਦ ਨਹੀਂ ਹੁੰਦੀ, ਉਹਨਾਂ ਦੇ ਕਰਕੇ ਉਹਨਾਂ ਦਾ ਘਰ ਪਰਿਵਾਰ ਸਭ ਉਜੜ ਗਿਆ। ਬੇਸ਼ੱਕ ਉਹਨਾਂ ਕੋਲ ਪੈਸਾ ਬਹੁਤ ਹੈ, ਹਰੇਕ ਚੀਜ਼ ਹੈ, ਪਰ ਔਲਾਦ ਪੱਖੋਂ ਬਹੁਤ ਪਿੱਛੇ ਹੈ। ਇਹ ਮਤਲਬ ਨਸ਼ੇ ਦੇ ਨਾਲ ਇਦਾਂ ਨਾ? ਜੀ ਬਿਲਕੁਲ ਜੀ, ਬਿਲਕੁਲ ਪ੍ਰਭਾਵ ਪੈਂਦਾ ਹੈ। ਇਸੇ ਕਰਕੇ ਕਹਿੰਦੇ ਆ ਵੀ ਇਹ ਉਹ ਵੀਰਾਂ ਨੇ ਤੁਹਾਨੂੰ ਦੱਸਿਆ? ਜੀ ਹਾਂਜੀ ਹਾਂਜੀ, ਬਿਲਕੁਲ ਜੀ। ਦੇਖੋ ਕਿੱਡੀ ਦੁੱਖ ਦੀ ਗੱਲ ਹੈ। ਇੱਕ ਤਾਂ ਆਪਾਂ ਨਾਰਮਲੀ ਕਰਦੇ ਆ ਵੀ ਸਾਡੇ ਸਰੀਰ ਨੂੰ ਨਸ਼ੇ ਨੇ ਖਰਾਬ ਕਰਤਾ, ਜਾਂ ਬਾਅਦ ਦੇ ਵਿੱਚ ਅਸੀਂ ਲੰਮਾ ਸਮਾਂ ਨਹੀਂ ਖੇਡ ਸਕਦੇ। ਪਰ ਆਹ ਜਿਹੜੀ ਦੂਸਰੀ ਲਾਹਨਤ ਜਿਹੜੀ ਸਾਡੇ ਪੱਲੇ ਪੈ ਰਹੀ ਆ, ਇਹ ਜ਼ਰੂਰ ਹੀ ਕੋਈ ਏਜੰਸੀਆਂ ਦੀ ਜਾਂ ਦੂਸਰੇ ਗਲਤ ਬੰਦਿਆਂ ਦੀ ਕਾਢ ਹੈ, ਜਿਹਦੇ ਨਾਲ ਸਾਡੀ ਕੌਮ ਨੂੰ ਜਾਂ ਪੰਜਾਬ ਨੂੰ ਬਰਬਾਦ ਕਰਨ ਦਾ ਇੱਕ ਸਿਲਸਿਲਾ ਚੱਲ ਰਿਹਾ ਸਾਡੇ ਪੰਜਾਬ ਦੇ ਵਿੱਚ, ਜਿੱਦਾਂ ਵੀਰ ਜੀ ਨੇ ਦੱਸਿਆ। ਭਾਵੇਂ ਇਹਨਾਂ ਨੇ ਜਾਤੀ ਤੌਰ 'ਤੇ ਇਸ ਚੀਜ਼ ਦਾ ਸੇਵਨ ਨਹੀਂ ਕੀਤਾ, ਪਰ ਇਹਨਾਂ ਦੇ ਸੱਜਣ ਮਿੱਤਰ ਜਿਹੜੇ ਇਸ ਚੀਜ਼ ਦਾ ਸੇਵਨ ਕਰਦੇ ਸੀ, ਹੋ ਸਕਦਾ ਇਹਨਾਂ ਨੇ ਰੋ ਪਿੱਟ ਕੇ ਇਹਨਾਂ ਦੇ ਨਾਲ ਗੱਲਬਾਤ ਕੇ ਆਪਣੇ ਦਿਲ ਦਾ ਦੁੱਖ ਦੱਸਿਆ ਹੋਵੇ। ਵੀ ਉਹਨਾਂ ਦੇ ਸ਼ਾਦੀ ਤੋਂ ਬਾਅਦ ਮੈਂ
ਪਹਿਲਾਂ ਵੀ ਸੁਣਿਆ ਸੀਗਾ ਵੀ ਸ਼ਾਦੀ ਤੋਂ ਬਾਅਦ ਕਈਆਂ ਦੇ ਪਰਿਵਾਰ ਜਿਹੜੇ ਉਹਨਾਂ ਨੂੰ ਛੱਡ ਕੇ ਚਲ ਗਏ, ਪਰ ਉਹਨਾਂ ਦੀ ਜੇ ਬਾਅਦ ਪੀੜ੍ਹੀ ਨਹੀਂ ਚੱਲ ਸਕਦੀ, ਔਲਾਦ ਨਹੀਂ ਹੋ ਸਕਦੀ, ਅਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਜਿਹੜੇ ਕੋਚ ਉੱਥੇ ਦੇ ਜਾਂ ਉੱਥੇ ਦੇ ਜੇ ਪ੍ਰਮੋਟਰ ਹੈਗੇ ਆ ਜਾਂ ਉਹ ਕਿਹੜੀ ਚੀਜ਼ ਨੂੰ ਪਏ ਆ, ਜਾਂ ਜਿਸ ਕਰਕੇ ਉਹ ਸਾਡਾ ਪੰਜਾਬ ਦਾ ਜਿਹੜਾ ਸੱਤਿਆਨਾਸ਼ ਕਰ ਰਹੇ ਆ। ਸਾਨੂੰ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ, ਤੁਸੀਂ ਕਬੱਡੀ ਖੇਡ ਦੇ ਬਾਰੇ ਕੀ ਕਹਿਣਾ ਚਾਹੁੰਦੇ ਅਤੇ ਆਪਣੇ ਵੀਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਸੰਗਤ ਟੀਵੀ ਵਾਲਿਆਂ ਦਾ, ਜਿਨ੍ਹਾਂ ਨੇ ਤੁਹਾਡੇ ਸਾਹਮਣੇ ਸਾਨੂੰ ਸਾਰਿਆਂ ਨੂੰ ਆਉਣ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਸਿੰਘ ਸਭਾ ਕਲੱਬ ਦਾ, ਜਿਨ੍ਹਾਂ ਨੇ ਇਹ ਸਾਰੇ ਪਲੇਅਰਾਂ ਨੂੰ ਇਕੱਠੇ ਕੀਤਾ। ਅੱਜ ਇੱਕ ਬਹੁਤ ਵਧੀਆ ਪਲੇਟਫਾਰਮ ਆ ਇਹ। ਜਿਹੜੇ ਇੱਥੇ ਲੋਕਲ ਪਲੇਅਰ ਆ ਉਹਨਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਇੱਥੋਂ ਦੀ ਨਵੀਂ ਟੀਮ ਤਿਆਰ ਹੋ ਰਹੀ ਆ, ਜੋ ਕਿ ਬਿਲਕੁਲ ਡਰੱਗਸ ਰਹਿਤ ਆ। ਇਸ ਕਰਕੇ ਪਲੇਅਰਾਂ ਨੂੰ ਵੀ ਬੜਾ ਉਤਸ਼ਾਹ ਆ ਇਸ ਟੀਮ ਵਿੱਚ ਖੇਡਣ ਦਾ। ਅਤੇ ਇਹ ਜੋ ਪ੍ਰਮੋਟਰ ਨੇ, ਇਹ ਵੀ ਸਾਡੀ ਹਰ ਇੱਕ ਮੰਗ ਨੂੰ ਲੈ ਕੇ ਹੌਸਲਾ ਦੇ ਰਹੇ ਨੇ, ਅਸੀਂ ਤੁਹਾਡੀਆਂ ਮੰਗਾਂ 'ਤੇ ਸਾਰੀਆਂ 'ਤੇ ਖਰਾ ਉਤਰਾਂਗੇ। ਤਾਂ ਬਾਕੀ ਵਧੀਆ ਚੀਜ਼ ਆ ਜੀ, ਇੱਥੋਂ ਦੇ ਪਲੇਅਰਾਂ ਨੂੰ, ਲੋਕਲ ਜਿਹੜੇ ਪਲੇਅਰ ਆ ਉਹਨਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਆ। ਇੰਡੀਆ ਤੋਂ ਪਲੇਅਰ ਆਉਂਦੇ ਆ, ਇਹਨਾਂ ਤੋਂ ਕਾਫੀ ਪੈਸੇ ਲੈ ਕੇ ਚਲ ਜਾਂਦੇ ਆ, ਠੀਕ ਆ ਜੀ। ਬਾਕੀ ਜਿਹੜੇ ਇੱਥੋਂ ਦੇ ਲੋਕਲ ਪਲੇਅਰ ਆ ਉਹਨਾਂ ਨੂੰ ਇੱਥੋਂ ਵਾਸਤੇ ਨਾ ਤਾਂ ਇਹਨਾਂ ਮਿਹਨਤ ਕਰਨ ਦਾ ਟਾਈਮ ਮਿਲਦਾ, ਤਾਂ ਨਾ ਹੀ ਇਹਨਾਂ ਕੋਈ ਪੈਸਾ ਮਿਲਦਾ। ਇਸ ਕਰਕੇ ਇਹਨਾਂ ਨੂੰ ਖਿਡਾਉਣਾ, ਅੱਗੇ ਆਉਣ ਦਾ ਮੌਕਾ ਦਿੱਤਾ। ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਬੱਡੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਜਿਹਨੂੰ ਸਾਡੇ ਪੰਜਾਬ ਦੀ ਪ੍ਰਮੁੱਖ ਖੇਡ ਕਿਹਾ ਜਾਂਦਾ? ਸਰੀਰ ਤੁਹਾਡਾ ਵੈਸੇ ਬਾਬੇ ਦੀ ਕਿਰਪਾ ਚੜ੍ਹਦੀ ਕਲਾ, ਇਹ ਕਬੱਡੀ ਵੀ ਐਤਕੀ ਖੇਡਣੀ ਆ। ਕੀ ਕਹਿਣਾ ਚਾਹੁੰਦੇ ਆ, ਜਾਂ ਆਪਣੇ ਜਿਹੜੇ ਸੁਣਨ ਵਾਲੇ ਆ ਸੰਗ ਟੀਵੀ ਦੇ, ਜਾਂ ਜਿਹੜੇ ਤੁਹਾਡੇ ਸਾਥੀ ਹੋਰ ਮੁਲਕਾਂ ਦੇ ਵਿੱਚ ਬੈਠੇ ਆ, ਜਾਂ ਹੋਰ ਜਿਹੜੇ ਪ੍ਰਮੋਟਰ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਪਾਂ ਤਾਂ ਸਿਰਫ ਇੰਨਾ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਆਪਾਂ ਜੀ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਅੱਜ ਕੱਲ੍ਹ ਦੀ ਜਨਤਾ ਹਰ ਇੱਕ ਨਸ਼ੇ ਵਗੈਰਾ ਵੱਲ ਤੁਰ ਪਈ ਆ, ਕਿ ਸਾਨੂੰ ਅੱਜ ਕੱਲ੍ਹ ਨਸ਼ੇ ਨਹੀਂ ਕਰਨੇ ਚਾਹੀਦੇ, ਕਿਉਂਕਿ ਇਹਦੇ ਨਾਲ ਆਪਣੀ ਸਿਹਤ ਦਾ ਨੁਕਸਾਨ ਹੁੰਦਾ ਹੈ ਜੀ। ਅੱਜ ਕੱਲ੍ਹ ਤਾਂ ਵੈਸੇ ਵੀ ਦੇਖਿਆ ਕਿ ਹਰ ਜਨਤਾ ਖੇਡਦੀ ਜਦੋਂ ਕਿ ਪਹਿਲਾਂ ਗੋਲੀ ਵਗੈਰਾ ਖਾ ਕੇ ਖੇਡਦੇ ਆ ਜੀ। ਸਾਨੂੰ ਇਹਦੇ ਵੱਲ ਨਹੀਂ ਤੁਰਨਾ ਚਾਹੀਦਾ, ਨਹੀਂ ਖਾ ਕੇ ਖੇਡਣਾ ਚਾਹੀਦਾ ਜੀ। ਆਪਾਂ 3-4 ਸਾਲ ਕਬੱਡੀ ਖੇਡੀ ਹੈ, ਪਰ ਆਪਾਂ ਇਹੋ ਜਿਹੇ ਕਿਸੇ ਖਿਡਾਰੀ ਨੂੰ ਆਪਦੇ ਨਾਲ ਖਾਂਦੇ ਪੀਂਦੇ ਨਹੀਂ ਦੇਖਿਆ ਜੀ। ਹਾਂਜੀ, ਵਾਹ ਆਪਾਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਨਸ਼ੇ ਨਹੀਂ ਕਰਨੇ ਚਾਹੀਦੇ ਸਾਨੂੰ ਕਿਸੇ ਪਲੇਅਰ ਨੂੰ ਵੀ, ਕਿਉਂਕਿ ਅੱਜ ਕੱਲ੍ਹ ਨਵੀਂ ਪਨੀਰ ਵੀ ਉੱਡ ਰਹੀ ਹੈ, ਖੇਡਦੇ ਨਿਆਣੇ ਖੇਡਣ ਸਟਾਰਟ ਕੀਤਾ ਜੀ। ਆਪਾਂ ਤਾਂ ਉਹਨਾਂ ਨੂੰ ਵੀ ਇੰਨੀ ਗੱਲ ਕਹਿਣਾ ਚਾਹੁੰਦੇ, ਦੁੱਧ ਲੱਸੀ ਦਹੀਂ ਖਾਓ ਜੀ, ਇਹ ਸਹੀ ਹੈ ਜੀ। ਘਿਓ ਵਗੈਰਾ ਜੀ ਇਹ ਖਾਓ ਜੀ, ਸਾਰਾ ਕੰਮ ਪਤਾ ਹੀ ਹੈ ਜੀ। ਤੇ ਨਹੀਂ ਖੇਡਣਾ ਚਾਹੀਦਾ ਜੀ, ਇੱਕ ਚੀਜ਼ ਖਾ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਕਹਿਣਾ ਚਾਹੁੰਦੇ ਆ ਕਬੱਡੀ ਦੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਤਾਂ ਕਬੱਡੀ ਬਾਰੇ ਇਹੋ ਕਹਿਣਾ ਚਾਹਾਂਗਾ ਕਿ ਕਬੱਡੀ ਨਸ਼ਿਆਂ ਤੋਂ ਰਹਿਤ ਹੋ ਕੇ ਖੇਡਣੀ ਚਾਹੀਦੀ ਆ। ਨਸ਼ੇ ਨਹੀਂ ਕਰਨੇ ਚਾਹੀਦੇ, ਕਿਉਂਕਿ ਨਸ਼ਿਆਂ ਦੇ ਨਾਲ ਆਪਣੀ ਹੀ ਜ਼ਿੰਦਗੀ ਨੂੰ ਦਾਗ ਲੱਗ ਜਾਂਦਾ ਇੱਕ, ਜੋ ਕਿ ਨਸ਼ੇ ਬਹੁਤ ਹੀ ਮਾੜੀ ਚੀਜ਼ ਆ। ਨਸ਼ਿਆਂ ਤੋਂ ਰਹਿਤ ਹੋ ਕੇ ਖੇਡਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰ ਨੇ ਬਹੁਤ ਸੋਹਣੇ ਪਹਿਲੋਂ ਵਿਚਾਰ ਦਿੱਤੇ ਵੀ ਜਿਹੜੀ ਇੱਥੇ ਕਬੱਡੀ ਖੇਡੀ ਜਾਂਦੀ ਆ ਜਾਂ ਖਿਡਾਈ ਜਾਂਦੀ ਆ, ਉਹ 2-3 ਮਹੀਨੇ ਦਾ ਸੀਜ਼ਨ ਹੁੰਦਾ ਜਿਹਦੇ ਵਿੱਚ ਉਹ ਕਬੱਡੀ ਖੇਡੀ ਜਾਂਦੀ ਆ, ਅਤੇ ਜਿਹੜੇ ਖਿਡਾਉਣ ਵਾਲੇ ਆ ਉਹ 2-3 ਮਹੀਨੇ ਉਹਨਾਂ ਦਾ ਸਾਥ ਦਿੰਦੇ ਆ। ਪਰ ਮੈਂ ਆਪਣੇ ਦੌਰ ਦੇ ਉੱਤੇ ਐਜ ਏ ਗੁਰਸਿੱਖ ਹੋਣ ਦੇ ਨਾਤੇ ਇਹਨਾਂ ਵੀਰਾਂ ਨੂੰ ਬੇਨਤੀ ਕਰਦਾ, ਅਤੇ ਜਿਹੜੇ ਮੇਰੇ ਵੀਰ ਦੂਸਰੇ ਮੁਲਕਾਂ ਦੇ ਵਿੱਚ ਸੁਣਦੇ ਆ ਉਹਨਾਂ ਨੂੰ ਬੇਨਤੀ ਕਰਦਾ, ਜਿਹੜੀ ਸਿਹਤ ਆ ਉਹ ਤੁਹਾਡੀ ਸਦਾ ਵਾਸਤੇ ਆ। ਜਿਹੜੀ ਤੁਸੀਂ ਕਮਾਈ ਕਰ ਲੈਣੀ ਸਿਹਤ ਦੀ, ਉਹ ਤੁਹਾਡੀ ਸਦਾ ਵਾਸਤੇ ਆ। ਅਤੇ ਜੇ ਉਹ ਕਮਾਈ ਤੁਸੀਂ ਸਿਰਫ ਇਸੇ ਸੀਜ਼ਨ ਵਾਸਤੇ ਕਰਨੀ ਪਈ, ਮੈਂ ਕਬੱਡੀ ਖੇਡਣੀ, ਜਿੱਦਾਂ ਮੇਰੇ ਵੀਰ ਨੇ ਕਿਹਾ ਵੀ ਉਹਨਾਂ ਦੇ ਨਾਲ ਗੋਲੀਆਂ ਖਾ ਲਓ ਜਾਂ ਟੀਕੇ ਲਾ ਲਓ, ਅਤੇ ਉਹਦੇ ਨਾਲ ਜਿਹੜੀ ਤੁਹਾਡੀ ਸਿਹਤ ਆ ਉਹ ਸਾਰੇ ਦਾ ਸਾਰਾ ਜਿਹੜਾ ਉਹ ਖਰਾਬ ਹੋ ਸਕਦੀ, ਨਾਸ ਹੋ ਸਕਦਾ। ਜੇ ਖੇਡਣਾ, ਚਲੋ ਜਦੋਂ ਬੰਦੇ ਦੀ ਜਵਾਨੀ ਹੁੰਦੀ ਹੈ ਵੈਸੇ ਹੀ ਉਹ ਕੰਧਾਂ ਨੂੰ ਟੱਕਰਾਂ ਮਾਰਦਾ ਰਹਿੰਦਾ ਜਾਂ ਦਰਖਤਾਂ ਨੂੰ ਟੱਕਰਾਂ ਮਾਰਦਾ ਰਹਿੰਦਾ, ਕਿਉਂਕਿ ਜਦੋਂ ਜੋਸ਼ ਹੁੰਦਾ ਬੰਦੇ ਦੇ ਵਿੱਚ। ਕਬੱਡੀ ਇੱਕ ਗੇਮ ਹੀ ਇੱਦਾਂ ਦੀ ਆ, ਜੋਸ਼ ਦੀ ਆ, ਜਾਨ ਦੀ ਆ। ਪਰ ਉਹ ਜੋਸ਼ ਅਤੇ ਜਾਨ ਜਿਹੜਾ ਆ ਆਪਣੇ ਵਿੱਚ ਜਮ੍ਹਾਂ ਕਰਨਾ ਔਰ ਉਹਨੂੰ ਸਾਂਭ ਕੇ ਰੱਖਣਾ। ਉਹ ਸਰੀਰ ਦੇ ਵਿੱਚ ਤੁਸੀਂ ਕਬੱਡੀ ਗੇਮ ਖੇਡੋ ਨਾ ਖੇਡੋ, ਪਰ ਤੁਹਾਡੇ ਕੋਲ ਤਾਂ ਹੈ ਨਾ ਸਰਮਾਇਆ, ਤੁਹਾਡੀ ਸਿਹਤ ਹੈ, ਉਹਨੂੰ ਜਿਹੜਾ ਆਪਾਂ ਪ੍ਰੈਫਰੈਂਸ ਦੇਣੀ ਆ। ਫਿਰ ਜ਼ਰੂਰੀ ਨਹੀਂ ਵੀ ਤੁਸੀਂ ਕਬੱਡੀ ਖੇਡਣੀ ਆ ਜਾਂ ਨਹੀਂ ਖੇਡਣੀ, ਤੁਸੀਂ ਇਸ ਚੀਜ਼ ਨੂੰ ਦੇਖੋ ਵੀ ਅਸੀਂ ਆਪਣੀ ਜਵਾਨੀ ਨੂੰ, ਆਪਣੇ ਪਰਿਵਾਰ ਨੂੰ ਕਿੱਦਾਂ ਸਾਂਭ ਕੇ ਰੱਖਣਾ। ਹੁਣ ਮੈਂ ਵੀਰ ਜੀ ਤੋਂ ਪੁੱਛਣਾ ਚਾਹਾਂਗਾ, ਤੁਸੀਂ ਕਬੱਡੀ ਖੇਡ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਸੰਗਤ ਟੀਵੀ ਵਾਲੇ ਦਾ, ਜਿਨ੍ਹਾਂ ਨੇ ਇਹ ਕਬੱਡੀ ਨੂੰ ਇੱਕ ਵੱਖਰੇ ਪਲੇਟਫਾਰਮ 'ਤੇ ਲੈ ਕੇ ਆਂਦਾ। ਅਤੇ ਉਸ ਤੋਂ ਵੀ ਜ਼ਿਆਦਾ ਧੰਨਵਾਦ ਕਰਨਾ ਚਾਹਾਂਗਾ ਸਿੰਘ ਸਭਾ ਕਲੱਬ ਫਰਾਂਸ ਦਾ,
ਜਿਨ੍ਹਾਂ ਨੇ ਇੱਕ ਲੋਕਲ ਨੌਜਵਾਨਾਂ ਵਾਸਤੇ ਇਹ ਕਬੱਡੀ ਕਲੱਬ ਬਣਾਈ ਅਤੇ ਨਸ਼ਿਆਂ ਤੋਂ ਰਹਿਤ ਰੱਖਿਆ। ਅਤੇ ਬਾਕੀ ਇਹ ਵੀਰਾਂ ਨੂੰ ਕਹਿਣਾ ਚਾਹਾਂਗਾ ਕਿ ਨਸ਼ੇ ਨਹੀਂ ਕਰਨੇ ਚਾਹੀਦੇ ਗੇ। ਨਸ਼ੇ ਜੇ ਕਰੋਗੇ ਤਾਂ ਕਬੱਡੀ ਥੋੜ੍ਹੇ ਸਮੇਂ ਲਈ ਆ। ਅਗਰ ਜੇ ਤੁਸੀਂ ਮਿਹਨਤ ਕਰਾਂਗੇ, ਗਰਾਊਂਡ ਦੀ ਮਿਹਨਤ ਕਰੋਗੇ ਅਤੇ ਘਰ ਦੀਆਂ ਖੁਰਾਕਾਂ ਖਾਵਾਂਗੇ, ਮੱਝ ਦਾ ਦੁੱਧ ਘੇ, ਅਤੇ ਫਿਰ ਇਹ ਲੰਬੇ ਸਮੇਂ ਲਈ ਖੇਡਾਂਗੇ ਅਤੇ ਆਪਣੀ ਜ਼ਿੰਦਗੀ ਵਿੱਚ ਵਧੀਆ ਕਾਮਯਾਬ ਵੀ ਹੋਵਾਂਗੇ। ਬਾਕੀ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ, ਬਸ ਜ਼ਿੰਦਗੀ ਨਾਲੋਂ ਵੱਧ ਕੁਛ ਨੀਗਾ, ਇਹੀ ਕਹਿਣਾ ਚਾਹਾਂਗਾ। ਬਾਕੀ ਮੈਂ ਕਹਿਣਾ ਚਾਹੁੰਦਾ ਕਲੱਬ ਮੈਂਬਰਾਂ ਨੂੰ ਕਿ ਅਸੀਂ ਤੁਹਾਡਾ ਪੂਰਾ ਇਹ ਸਾਥ ਦਿੰਦੇ ਸੀਗੇ ਅਤੇ ਦਿੰਦੇ ਰਹਾਂਗੇ, ਪਰ ਸਾਨੂੰ ਇੰਨਾ ਕੋਈ ਵਧੀਆ ਸਾਥ ਨਹੀਂ ਮਿਲਦਾ। ਮੈਨੂੰ ਇਹ 5ਵਾਂ ਸਾਲ ਆ ਜੇ ਇਸ ਖੇਡਿਆ। ਇਸ ਸਾਲ ਤਾਂ ਪਿਛਲੇ 3 ਸਾਲ ਖੇਡਿਆ। ਮੇਰਾ 2012 ਵਿੱਚ ਸੱਟ ਲੱਗਣ ਦੇ ਕਾਰਨ ਮੈਂ ਪਿਛਲੇ ਸਾਲ ਨਹੀਂ ਖੇਡਿਆ, ਕਿਉਂਕਿ ਮੇਰੇ ਕਲੱਬ ਨੇ ਸਪੋਰਟ ਨਹੀਂ ਕੀਤੀ ਅਤੇ ਜੋ ਵੀ ਕੀਤੇ ਗਏ ਵਾਅਦੇ ਉਹ ਪੂਰੇ ਨਹੀਂ ਕੀਤੇ। ਔਰ ਮੈਂ ਉਮੀਦ ਕਰਦਾ ਕਿ ਇਸ ਸਾਲ ਪੂਰੀ ਮਿਹਨਤ ਕਰਾਂਗਾ ਅਤੇ ਇਹ ਨੌਜਵਾਨਾਂ ਨੂੰ ਜਿਹੜੇ ਨਸ਼ੇ ਰਹਿਤ ਖੇਡਣਗੇ ਉਹਨਾਂ ਨਾਲ ਰਲ ਕੇ ਖੇਡਾਂਗਾ। ਅਤੇ ਬਸ ਇੰਨਾ ਹੀ ਕਹਿਣਾ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵੀਰ ਜੀ, ਤੁਸੀਂ ਆਪਣੇ ਤੌਰ ਦੇ ਉੱਤੇ ਆਪਣੇ ਵੀਰਾਂ ਨੂੰ ਜਿਹੜੇ ਦੂਸਰੇ ਮੁਲਕਾਂ ਦੇ ਵਿੱਚ ਵੀ ਕਬੱਡੀ ਦੇ ਇੱਛੁਕ ਆ ਜਾਂ ਕਬੱਡੀ ਖੇਡਣਾ ਚਾਹੁੰਦੇ ਜਾਂ ਆਪਣੇ ਸਰੀਰ ਨੂੰ ਸਾਂਭਣਾ ਚਾਹੁੰਦੇ ਆ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ, ਆਪਣੇ ਬਾਰੇ ਕੀ ਕਹਿਣਾ ਚਾਹੁੰਦੇ, ਕੀ ਸੁਨੇਹਾ ਦੇਣਾ ਚਾਹੁੰਦੇ? ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਸਿੰਘ ਸਭਾ ਕਲੱਬ ਵਾਲੇ ਕਬੱਡੀ ਵਾਲਿਆਂ ਦਾ, ਜੋ ਕਿ ਨਸ਼ਾ ਰਹਿਤ ਇਸ ਬਾਰੇ ਵਧੀਆ ਲੋਕ ਪਲੇਅਰਾਂ ਨੂੰ ਮੌਕਾ ਦਿੱਤਾ ਜੀ। ਜਿੱਦਾਂ ਹੁਣੇ ਮੇਰੇ ਵੀਰ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਜਿਹਦਾ ਬੰਦਾ ਨਸ਼ਾ ਕਰਕੇ ਖੇਡਦਾ ਜਾਂ ਟਿਕਟ ਖੇਡਦਾ, ਜਿਹੜਾ ਨੋਰਮਲ ਖਿਡਾਰੀ ਆ ਉਹਦੇ ਨਾਲ ਨਹੀਂ ਖੇਡ ਸਕਦਾ, ਕਿਉਂਕਿ ਉਹਦਾ ਤਾਂ ਉਸ ਸਮੇਂ ਦਾ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ। ਫਿਰ ਉੱਥੇ ਇਹ ਗੱਲ ਹੁੰਦੀ ਆ ਕਿ ਉਹ ਜਿਹੜੇ ਨੋਰਮਲ ਬੱਚੇ ਖੇਡਦੇ ਆ ਜਾਂ ਨੋਰਮਲ ਖਿਡਾਰੀ ਉਹਦੇ ਸਾਹਮਣੇ ਖੇਡਦੇ ਆ, ਉਹਦੇ ਸੱਟਾਂ ਪੇਟਾਂ ਲੱਗਦੀਆਂ। ਇਸ ਕਰਕੇ ਇਹ ਜਿਹੜੀ ਕਲੱਬਾਂ ਦੇ ਵਿੱਚ ਬਹੁਤ ਉਲਥ ਪੁਲਥ ਜਿਹੜੀ ਹੁੰਦੀ ਆ। ਜਿਹੜੇ ਨੋਰਮਲ ਉੱਥੇ ਦੇ ਆਮ ਖਿਡਾਰੀ ਆ ਉਹਨਾਂ ਨੂੰ ਕਈਆਂ ਨੂੰ ਖੇਡਣ ਦਾ ਵੀ ਚਾਂਸ ਨਹੀਂ ਮਿਲਦਾ, ਜੇ ਕਿਸੇ ਨੂੰ ਮਿਲਦਾ ਤਾਂ ਉਹਦੇ ਸੱਟ ਪੇਟ ਲੱਗ ਜਾਂਦੀ ਆ, ਜੋ ਬਹੁਤ ਹੀ ਦੁੱਖ ਵਾਲੀ ਗੱਲ ਆ। ਅਤੇ ਸਾਨੂੰ ਇਸ ਚੀਜ਼ ਤੋਂ ਵਿਚਾਰ ਕਰਨਾ ਬਣਦਾ ਸਾਰੀਆਂ ਜਿਹੜੀਆਂ ਵੀ ਕਲੱਬਾਂ ਹੈਗੀਆਂ। ਅਤੇ ਅਸੀਂ ਸੰਗਤ TV ਵੱਲੋਂ ਸਮੁੱਚੇ ਯੂਰਪ ਦੀਆਂ ਜਿਹੜੀਆਂ ਵੀ ਕਲੱਬਾਂ ਹੈਗੀਆਂ ਜਾਂ ਫੈਡਰੇਸ਼ਨਾਂ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਚੀਜ਼ ਵੱਲ ਬਹੁਤ ਧਿਆਨ ਦੇਣ। ਅਤੇ ਨਾਲ ਇਹ ਵੀ ਬੇਨਤੀ ਕਰਦੇ ਹਾਂ, ਅਗਰ ਕਿਸੇ ਕਲੱਬ ਨੇ ਜਾਂ ਕਿਸੇ ਮੇਰੇ ਵੀਰਾਂ ਨੇ ਸੰਗਤ TV ਦੇ ਥਰੂ ਆਪਣੇ ਵਿਚਾਰ ਦੇਣੇ ਆ, ਅਤੇ ਸਾਡੇ ਵੱਲੋਂ ਉਹਨਾਂ ਸਾਰੀਆਂ ਕਲੱਬਾਂ ਨੂੰ, ਸਾਰੀਆਂ ਫੈਡਰੇਸ਼ਨਾਂ ਨੂੰ ਖੁੱਲ੍ਹਾ ਸੱਦਾ ਆ ਵੀ ਉਹ ਜਦੋਂ ਵੀ ਚਾਹੁਣ ਜਿਹੜਾ ਸੰਗਤ TV ਦਾ ਸਟੂਡੀਓ ਪੈਰਿਸ ਵਿੱਚ ਆ ਕੇ ਸਾਡੇ ਨਾਲ ਕੰਟੈਕਟ ਕਰਕੇ ਉਹ ਆਪਣੇ ਵਿਚਾਰ ਜਿਹੜੇ ਆ ਦੁਨੀਆ ਤੱਕ ਪਹੁੰਚਾ ਸਕਦੇ ਹਨ। ਇਹ ਸਿੰਘ ਸਭਾ ਸਪੋਰਟਸ ਕਲੱਬ ਨੇ ਇਹ ਇੱਕ ਉਪਰਾਲਾ ਕੀਤਾ ਹੈ ਕਿ ਜਿਹੜੇ ਵੀ ਖਿਡਾਰੀ ਇਹਦੇ ਵਿੱਚ ਖੇਡਣਗੇ ਉਹ ਲੋਕਲ ਖਿਡਾਰੀ ਹੋਣਗੇ, ਕੋਈ ਵੀ ਖਰੀਦਿਆ ਹੋਇਆ ਖਿਡਾਰੀ ਨਹੀਂ ਖੇਡੂਗਾ। ਨੰਬਰ 2, ਕੋਈ ਵੀ ਨਸ਼ੇ ਵਾਲਾ ਖਿਡਾਰੀ ਜਿਹੜਾ ਆ ਉਹ ਇਹਦੇ ਵਿੱਚ ਨਹੀਂ ਖਿਡਾਇਆ ਜਾਊਗਾ। ਸਾਰੇ ਯੂਰਪ ਦੇ ਵਿੱਚ ਜਿੱਥੇ ਵੀ ਕਲੱਬਾਂ ਵਾਲੇ ਉਹ ਸਹਿਯੋਗ ਦੇਣਗੇ ਇੱਕ ਫੈਡਰੇਸ਼ਨ ਬਣਾ ਕੇ, ਅਤੇ ਉਹ ਸਾਰੇ ਇਹਨਾਂ ਦੇ ਲੋਕਲ ਜਿਹੜੇ ਖਿਡਾਰੀ ਹੋਣਗੇ, ਬੱਚੇ ਜਿਹੜੇ ਹੋਣਗੇ ਉਹ ਆਪਸ ਵਿੱਚ ਖੇਡਣਗੇ। ਅਤੇ ਸਭ ਤੋਂ ਜ਼ਰੂਰੀ ਗੱਲ ਆ ਕਿ ਉਹਨਾਂ ਬੱਚਿਆਂ ਨੂੰ ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਵਾਸਤੇ ਉਪਰਾਲੇ ਕੀਤੇ ਜਾਣਗੇ। ਅਤੇ ਸਾਡੇ ਨਾਲ ਭਾਈ ਅਵਤਾਰ ਸਿੰਘ ਜੀ ਜੁੜੇ ਆ, ਜਿਹੜੇ ਕਿ ਇਹੜੇ ਨੌਜਵਾਨਾਂ ਦੀ ਸੇਵਾ ਸੰਭਾਲ ਕਰਨਗੇ ਜਾਂ ਇਹਨਾਂ ਦੇ ਨਾਲ ਕੰਟੈਕਟ ਵਿੱਚ ਰਹਿਣਗੇ। ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗੇ, ਤੁਸੀਂ ਸੰਗਤ TV ਦੇ ਮਾਧਿਅਮ 'ਤੇ ਤੁਸੀਂ ਕੀ ਜੋ ਸੁਨੇਹਾ ਦੇਣਾ ਚਾਹੁੰਦੇ ਆ, ਜਾਂ ਇਹਨਾਂ ਬੱਚਿਆਂ ਨਾਲ ਜੋ ਗੱਲ ਕਰਨੀ ਚਾਹੁੰਦੇ ਆ, ਜਾਂ ਇਹਨਾਂ ਬੱਚਿਆਂ ਨੂੰ ਜਾਂ ਜਿਹੜੇ ਯੂਰਪ ਦੇ ਵਿੱਚ ਹੋਰ ਬੱਚੇ ਆਪਣੇ ਹੈਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਬਸ ਇੱਕ ਇਹੀ ਸੁਨੇਹਾ ਆ ਕਿ ਜੋ ਸਿੰਘ ਸਭਾ ਸਪੋਰਟਸ ਕਲੱਬ ਆ, ਇਹ ਬਣਿਆ ਹੀ ਇਸ ਕਰਕੇ ਆ ਕਿ ਯੂਰਪ ਦੇ ਜੋ ਰਹਿੰਦੇ ਇੱਥੇ ਪਲੇਅਰ ਆ ਉਹਨਾਂ ਨੂੰ ਮੌਕਾ ਮਿਲ ਸਕੇ, ਅਤੇ ਦੂਜਾ ਉਹਨਾਂ ਨੂੰ ਜੋ ਵੀ ਪ੍ਰੋਬਲਮ ਆਉਂਦੀ ਆ ਇਹ ਉਹ ਸਾਨੂੰ ਆ ਕੇ ਦੱਸੇ, ਅਸੀਂ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਬਲਕਿ ਹੱਲ ਉਹਨਾਂ ਦਾ ਕਰਾਂਗੇ 100%। ਦੂਜੀ ਇਹ ਆ ਇਕੱਲਾ ਕਬੱਡੀ ਨਹੀਂ, ਫੁੱਟਬਾਲ, ਹਾਕੀ, ਜੋ ਵੀ ਉਹ ਖੇਡਣਾ ਚਾਹੁੰਦੇ ਬੱਚੇ ਇੱਥੇ ਦੇ ਜਿਹੜੇ ਜੰਪ ਵਾਲੇ ਆ, ਸਾਡਾ ਮਕਸਦ ਹੀ ਇਹ ਸ਼ੁਰੂ ਕਰਨ ਦਾ ਆ ਵੀ ਜਿਹੜੇ ਇੱਥੇ ਦੇ ਜੰਪ ਵਾਲੇ ਮੁੰਡੇ ਆ ਅਸੀਂ ਉਹਨਾਂ ਨੂੰ ਵੀ ਕੁਛ ਨਾ ਕੁਛ ਜਿਹੜਾ ਸਿਖਾਉਣਾ ਆ, ਅਤੇ ਜਿਹੜੇ ਇੱਥੇ ਪੁਰਾਣੇ ਪਲੇਅਰ ਰਹਿੰਦੇ ਆ ਅਸੀਂ ਉਹਨਾਂ ਦੀ ਕਬੱਡੀ ਦਾ ਵੀ ਆਨੰਦ ਲੈਣਾ। ਇਕੱਲਾ ਇਹ ਨਹੀਂ ਕਿ ਅਸੀਂ ਕੁਛ 2-4 ਮਹੀਨੇ ਲਈ ਬਾਹਰੋਂ ਪਲੇਅਰ ਸੱਦ ਕੇ ਖਿਲਾ ਲਈਏ, ਉਹਨਾਂ 'ਤੇ ਪੈਸਾ ਵੇਸਟ ਕਰੀਏ। ਅਸੀਂ ਜਿਹੜਾ ਉਹਨਾਂ 'ਤੇ ਪੈਸਾ ਵੇਸਟ ਕਰਨਾ, ਮੇਰੀ ਨਜ਼ਰ 'ਚ ਅਸੀਂ ਜਿਹੜੇ ਇੱਥੇ ਪਲੇਅਰ ਰਹਿੰਦੇ ਆ ਉਹ ਖਰਚ ਉਹਨਾਂ 'ਤੇ ਕਰੀਏ ਕਿ ਅਸੀਂ ਉਹਨਾਂ ਨੂੰ ਵਧੀਆ ਬਣਾਈਏ, ਉਹਨਾਂ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਕਰੀਏ, ਕਿ ਜਿਹੜੇ ਉਹ ਪਲੇਅਰ ਆ ਗਾਂਹ ਸਾਡੇ ਨਿਆਣਿਆਂ ਨੂੰ ਜੋ ਇੱਥੇ ਰਹਿੰਦੇ ਆ ਜਿਹੜੀ ਉਹ ਚੀਜ਼ ਸਿੱਖਣਾ ਚਾਹੁੰਦੇ ਉਹ ਉਹਨਾਂ ਨੂੰ ਸਿਖਾਉਣ,
ਵੀ ਸ਼ਰਤ ਇੱਕੋ ਹੀ ਆ ਕਿ ਨਸ਼ਾ ਰਹਿਤ ਹੋਣੀ ਚਾਹੀਦੀ ਕੋਈ ਵੀ ਚੀਜ਼ ਆ ਜਿਹੜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਦੱਸਿਆ ਕਿ ਇਹ ਜਿਹੜੀ ਸਿੰਘ ਸਭਾ ਸਪੋਰਟਸ ਕਲੱਬ ਆ, ਇਹਦਾ ਮਕਸਦ ਸਿਰਫ ਕਬੱਡੀ ਖੇਡਣਾ ਜਾਂ ਕਬੱਡੀ ਖਿਡਾਉਣਾ ਨਹੀਂ ਗਾ, ਜਾਂ ਕੱਪ ਲਿਆਉਣੇ ਜਾਂ ਕੱਪ ਜਿੱਤਣੇ ਨਹੀਂ ਗੇ। ਇਹਦਾ ਮਕਸਦ ਇਹ ਆ ਕਿ ਜਿਹੜੀ ਵੀ ਸਾਡੀ ਪਨੀਰੀ ਯੂਰਪ ਦੇ ਵਿੱਚ ਵਸਦੀ ਆ, ਉਹਨੂੰ ਚਾਹੇ ਉਹ ਕਿਸੇ ਵੀ ਗੇਮ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਜਾਂ ਕਿਸੇ ਗੇਮ ਦੇ ਵਿੱਚ ਉਹਨਾਂ ਦੀ ਦਿਲਚਸਪੀ ਆ, ਉਹਨਾਂ ਸਾਰੇ ਬੱਚਿਆਂ ਨੂੰ ਕੌਮ ਦੇ ਪੰਥ ਦੇ ਬੱਚੇ ਸਮਝ ਕੇ ਉਹਨਾਂ ਨੂੰ ਸਾਂਭਣਾ ਅਤੇ ਨਸ਼ਾ ਰਹਿਤ ਮੁਕਤ ਜਿਹੜਾ ਉਹਨਾਂ ਨੂੰ ਕਰਨਾ। ਨਸ਼ਿਆਂ ਦਾ ਕੋਡ ਜਿਹੜਾ ਸਾਡੀ ਕੌਮ ਦੇ ਵਿੱਚ ਆ ਵੜਿਆ, ਉਹਦੇ ਖਿਲਾਫ ਪੂਰੀ ਦੀ ਪੂਰੀ ਤਰੀਕੇ ਦੇ ਨਾਲ ਅਸੀਂ ਮੁਖਾਲਫਤ ਕਰਨੀ ਆ, ਤਾਂ ਕਿ ਜਿਹੜੀ ਆਪਣੀ ਕੌਮ ਆ, ਆਪਣਾ ਜਿਹੜਾ ਵਿਰਸਾ, ਜਿਹੜੀ ਆਪਣੀ ਪਨੀਰੀ ਆ, ਉਹਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।